बसंत महला पहला। पहले पातशाह धन धन सतगुरु श्री गुरु नानक देव साहब जी महाराज बसंत राग विच शोभावन उपदेश की बख्शिश करते हैं। सर्वरूप करके परमात्मा नूं वर्णन करते ने। आपे पवरा भूल बेला। प्रभु आप ही भौरा है, आप ही फुल है अते आप ही बेल रूप है। इसी प्रकार आपे पवरा भूल बेला। प्रभु आप ही जगया स्वरूप भौरा है, आप ही सतगुਰਾਂ ਦਾ सिद्धांत रूप फुल है, आप ही करुणा मुदता मैत्री उपेक्षा रूप वेला रूप है। इसी प्रकार आपे पवरा भूल बेला। प्रभु आप ही अधिकारी रूप भौरा है, आप ही कीर्तन रूप फुल है अते आप ही भक्ति रूप वील रूप है। आपे संगत मीत मेला। प्रभु आप ही मित्र रूप सतगुਰਾਂ ਦੀ ਜਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲਣਾ ਕਰਦਾ ਹੈ। ऐसी पवरा बासले। ਜਗਿਆ ਸਰੂਪ ਭੌਰੀਆ ਅਜਿਹੀ ਪ੍ਰਭੂ ਦੀ ਭਗਤੀ ਰੂਪ ਸੁਗੰਧੀ ਲੈਣਾ ਕਰ। कारवर भूले बनहरे। ਦੇਖ ਸੰਤ ਰੂਪ ਬ੍ਰਿਕਸ਼ ਵੀ ਭਗਤੀ ਦੀ ਸੁਗੰਧੀ ਦੇ ਨਾਲ ਪ੍ਰਫੁੱਲਤ ਹੋ ਰਹੇ ਹਨ ਅਤੇ ਸਤਸੰਗ ਨੂੰ ਬਨ ਵੀ शुभ गुणा नाल हरा भरा हो रहा है। इस प्रकार कारवर भूले बनहरे। तद अतिशय करके वार श्रेष्ठ भगत जन में शुभ गुणा करके प्रफुल्लित हो रहे हैं अति अधिकारी भी नाम रूप जल के नाल बन दर्थ जल नाम रूप जल नाल हरे भरे हो रहे ने। रहाओ विश्राम देकर सतगुरु जी फरमाउंदे ने। आपे कवला कंत आप। कवला नाम है लक्ष्मी का। प्रभु आप ही लक्ष्मी रूप है अति आप ही लक्ष्मी का कंतपति विष्णु रूप है। इसी प्रकार आपे कवला कंत आप। प्रभु आप ही माया रूप है अति आप ही माया का पति माधो ईश्वर रूप है। इसी प्रकार आपे कवला कंत आप। प्रभु आप ही भक्ति रूप लक्ष्मी है अति आप ही भक्ति का पति भगवंत रूप है। आपे रावे शब्द थाप। आप ही परमात्मा गुਰਾਂ ਦੇ शब्द उपदेश द्वारा चित ਨੂੰ ਥਾਪ ਸਥਿਤ करके ब्रह्मानंद ਨੂੰ ਰਾਵੇ ਮੰਨਣ ਵਾਲਾ ਹੈ। यह शब्द नाम संसार ਦਾ ਵੀ ਹੈ। संसार ਨੂੰ ਅਸਥਿਤ ਕਰਕੇ ਉਸ ਦੇ ਭੋਗਾਂ ਨੂੰ ਭੋਗਣਾ ਕਰਦਾ ਹੈ। आपे बशरो गौ खीरा। प्रभु आप ही बचा रूप है, आप ही गौ रूप है अति आप ही खीर दुध रूप है। इसी प्रकार आपे बछरो गौ खीरा। प्रभु आप ही जगया स्वरूप है। उन्हें बच्चे बनाए हुए ने सुरतियां सिमरतियां उपनिषद रूप है। आप ही उसने गौआ बनाइया हुई ने
ਅਤੇ ਆਪ ਹੀ ਇਹਨਾਂ ਦਾ ਉਪਦੇਸ਼ ਰੂਪ ਦੁੱਧ ਜਗਿਆਸੂ ਨੂੰ ਚੰਗਾਉਣਾ ਕਰਦਾ ਹੈ। ਇਸੇ ਪ੍ਰਕਾਰ ਆਪੇ ਬਛਰੂ ਗਊ ਖੀਰਾ। ਪ੍ਰਭੂ ਆਪ ਹੀ ਜਗਿਆਸੂ ਦਾ ਮਨ ਸਤਿਗੁਣ ਦੇ ਸਹਿਤ ਹੁੰਡੋ ਬਚਾ ਹੈ। ਆਪ ਹੀ ਭਗਤੀ ਰੂਪ ਗਊ ਹੈ ਅਤੇ ਆਪ ਹੀ ਗਿਆਨ ਰੂਪੀ ਦੁੱਧ ਰੂਪ ਹੈ। ਆਪੇ ਮੰਦਰ ਧੰਮ ਸਰੀਰਾ। ਆਪ ਹੀ ਸਰੀਰ ਮੰਦਰ ਹੈ ਅਤੇ ਆਪ ਹੀ ਸਰੀਰ ਦਾ ਆਦਿਸ਼ਨਾਨ ਰੂਪ ਥੰਮ ਹੈ। ਭਾਵ ਆਪਣੀ ਚੇਤਨ ਸੱਤਾ ਦੇ ਨਾਲ ਥੰਮਣਾ ਕਰਦਾ ਹੈ। ਇਸੇ ਪ੍ਰਕਾਰ ਆਪੇ ਮੰਦਰ ਧੰਮ ਸਰੀਰਾ। ਆਪ ਹੀ ਪ੍ਰਭੂ ਸਾਧ ਸੰਗਤ ਰੂਪੀ ਮੰਦਰ ਹੈ ਅਤੇ ਆਪ ਹੀ ਸਰੀਰ ਨੂੰ ਵਿਸ਼ਿਆਂ ਵੱਲੋਂ ਥੰਮ ਕੇ ਆਦਿਸ਼ਠਾਨ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਆਪੇ ਕਰਣੀ ਕਰਨਹਾਰ। ਆਪ ਹੀ ਭਗਤੀ ਰੂਪ ਕਰਨੀ ਹੈ ਅਤੇ ਆਪ ਹੀ ਸਿੱਖ ਰੂਪ ਹੋ ਕੇ ਭਗਤੀ ਕਰਨ ਵਾਲਾ ਹੈ। ਆਪੇ ਗੁਰਮੁਖ ਕਰ ਵਿਚਾਰ। ਆਪ ਹੀ ਗੁਰਮੁਖ ਰੂਪ ਹੋ ਕੇ ਉਸ ਭਗਤੀ ਦੀ ਜਾਂ ਆਪਣੇ ਸਰੂਪ ਦੀ ਵਿਚਾਰ ਨਿਰਣਾ ਕਰਦਾ ਹੈ। ਤੂੰ ਕਰ ਕਰ ਦੇਖਾਂ ਕਰਨਹਾਰ। ਰਚਨਾਹਾਰ ਪ੍ਰਭੂ ਤੂੰ ਆਪ ਹੀ ਸੰਸਾਰ ਨੂੰ ਕਰਕੇ ਪੈਦਾ ਫਿਰ ਪਾਲਣਾ ਕਰਕੇ ਸਭਨਾਂ ਦੇ ਕਰਤੱਵ ਵੇਖਣਾ ਕਰਦਾ ਹੈ। ਇਸੇ ਪ੍ਰਕਾਰ ਤੂੰ ਕਰ ਕਰ ਦੇਖਾਂ ਕਰਨਹਾਰ। ਇਹ ਵਾਹਿਗੁਰੂ ਤੂੰ ਆਪ ਹੀ ਸਰਵਣ ਕਰਕੇ ਮੰਨਣ ਕਰਕੇ ਫਿਰ ਨਿਧਿਆਸਨ ਕਰਕੇ ਆਪਣੇ ਸਰੂਪ ਨੂੰ ਦੇਖਣਾ ਕਰਦਾ ਹੈ। ਜੋਤ ਜੀ ਅਸੰਖਾਂ ਦੇ ਆਧਾਰ। ਅਣਗਿਣਤ ਜੀਵਾਂ ਦੇ ਅੰਦਰ ਤੂੰ ਆਪਣੀ ਚੇਤਨ ਸੱਤਾ ਰੂਪੀ ਜੋਤ ਦਾ ਆਧਾਰ ਆਸਰਾ ਦੇਣ ਵਾਲਾ ਹੈ। ਤੂੰ ਸਰ ਸਾਗਰ ਗੁਣ ਗਹੀਰਾ। ਇਹ ਪ੍ਰਭੂ ਤੂੰ ਸਾਧ ਸੰਗਤ ਰੂਪੀ ਸਰੋਵਰ ਗੁਰੂ ਰੂਪੀ ਸਮੁੰਦਰ ਅਤੇ ਗੁਣਾਂ ਦਾ ਗਹੀਰ ਅਥਾ ਖਜ਼ਾਨਾ ਰੂਪ ਹੈ। ਤੂੰ ਅਕੁਲ ਨਿਰੰਜਨ ਪਰਮ ਹੀਰਾ। ਇਹ ਪ੍ਰਭੂ ਤੂੰ ਕੁਲਾਂ ਤੋਂ ਰਹਿਤ ਨਿਰੰਜਨ ਮਾਇਆ ਮਲ ਤੋਂ ਰਹਿਤ ਪਰਮ ਵੱਡਾ ਅਤੇ ਹੀਰੇ ਦੀ ਨਿਆਈ ਸ਼ੁੱਧ ਸਰੂਪ ਜਾਂ ਹੀਰੇ ਦੀ ਨਿਆਈ ਅਮੁਲਕ ਹੈ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵੱਟੋ ਰਹੇ ਲੋਕ ਬਿਨ ਲਾਏ। ਤੂੰ ਆਪੇ ਕਰਤਾ ਕਰਨ ਜੋਗਾ। हे ਪ੍ਰਭੂ ਤੂੰ ਆਪ ਹੀ ਕਰਤਾ ਪੁਰਖ ਹੈ ਅਤੇ ਆਪ ਹੀ ਸਭ ਦੀ ਪਾਲਣਾ ਕਰਨ ਦੇ ਯੋਗ ਲਾਇਕ ਹੈ। ਇਹ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਨ ਵਾਲਾ ਹੈ ਅਤੇ ਆਪ ਹੀ ਸਿੱਖਾਂ ਦੀ ਕਲਿਆਣ ਕਰਨ ਦੇ ਯੋਗ ਹੈ। ਨਿਹ ਕੇਵਲ ਰਾਜਨ ਸੁਖੀ ਲੋਗਾ। हे ਪ੍ਰਭੂ ਤੂੰ ਨੇ ਕੇਵਲ ਸ਼ੁੱਧ ਸਰੂਪ ਰਾਜਾ ਪ੍ਰਕਾਸ਼ ਰੂਪ ਹੈ ਅਤੇ ਤੇਰੇ ਜਿਹੜੇ ਲੋਕ ਜਾਣੇ ਜਗਿਆਸੂ ਨੇ ਉਹ ਸੁਖ ਦੇ ਸਹਿਤ ਹਨ। ਨਾਨਕ ਤਰਾਪੇ ਹਰ ਨਾਮ ਸਵਾਦ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹਰੀ ਦੇ ਨਾਮ ਦੇ ਸਵਾਦ ਨਾਲ ਅਸੀਂ ਤਰਾਪੇ ਤ੍ਰਿਪਤ ਹੋਏ ਹਾਂ। ਬਿਨ ਮੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਜੇ ਰਾਤ ਨੂੰ ਰੋਟੀ ਖਾ ਕੇ ਸੋਵੋ ਸਵੇਰੇ ਉੱਠਦਿਆਂ ਸਾਰੀ ਭੁੱਖ ਲੱਗ ਜਾਂਦੀ ਹੈ। ਹੁਣ ਸਵੇਰੇ ਖਾਓ ਤਾਂ ਦੁਪਹਿਰ ਨੂੰ ਭੁੱਖ ਲੱਗ ਜਾਂਦੀ ਹੈ।
ਜੇ ਦੁਪਹਿਰ ਨੂੰ ਖਾਓ ਰਾਤ ਨੂੰ ਫਿਰ ਭੁੱਖ ਤਿਆਰ ਹੁੰਦੀ ਹੈ, ਨਾਲੋਂ ਨਾਲ ਹੀ ਤਿਆਰੀ ਕਰਨੀ ਪੈਂਦੀ ਹੈ ਪਕਾਉਣ ਦੀ, ਖਾਣ ਦੀ। ਪਰ ਜੋ ਮਹਾਰਾਜ ਦੇ ਨਾਮ ਦਾ ਭੋਜਨ ਹੈ, ਅੰਮ੍ਰਿਤ ਨਾਮ ठाकुर का पयो जिसका सबसे आधारो, जेको खावे जेको पहुँचे तिसका हुए उधारो। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ਜਿਹੜੇ ਸੰत ਨੇ, ਮਹਾਂਪੁਰਖ ਨੇ, ਬ੍ਰਹਮ ਗਿਆਨੀ, ਰੱਬ ਦੇ ਪਿਆਰ ਵਾਲੇ ਨੇ, ਉਹਨਾਂ ਦਾ ਧਿਆਨ ਰੂਪ ਹੋਏ ਆਸਣ ਭਾਵ ਹੈ, ਧਿਆਨ ਦੇ ਵਿੱਚ ਟਿਕੇ ਰਹਿੰਦੇ ਨੇ। ਜਿਹੜਾ ਪ੍ਰਕਾਸ਼ ਹੈ, ਗਿਆਨ ਹੈ, ਇਹੀ ਉਹਨਾਂ ਦਾ ਭੋਜਨ ਹੈ। ਉਹ ਨਾਮ ਦੇ ਆਸਰੇ ਹਮੇਸ਼ਾ ਸੰਤੋਖੀ ਰਹਿੰਦੇ, ਸਤੇ ਰਹਿੰਦੇ ਨੇ। ਫਰੀਦਾ ਰੋਟੀ ਮੇਰੀ, ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਫਰੀ ਸਾਹਿਬ ਵੀ ਭੁੱਖ ਲੱਗੀ ਤੋਂ ਲੱਕੜ ਦੀ ਰੋਟੀ ਨੂੰ ਚੱਕ ਮਾਰਦੇ ਸਨ। ਜੇ ਕਿਤੇ ਪਰਮਾਤਮਾ ਨੇ ਦੇ ਦਿੱਤੀ, ਮੱਥਾ ਟੇਕ ਕੇ ਰੱਬ ਦੀ ਦਿੱਤੀ ਛਕ ਲੈਣੀ, ਲਾਲਚ ਨਹੀਂ ਕਰਨਾ, ਮੰਗਣਾ ਨਹੀਂ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ। ਜਿਹੜੇ ਲੋਕ ਨੇ ਉਹਨਾਂ ਨੇ ਸੰਤਾਂ ਨੂੰ ਬਦਨਾਮ ਕੀਤਾ ਹੋਇਆ, ਨਿਹੰਗ ਫੌਜਾਂ ਨੂੰ ਬਦਨਾਮ ਕੀਤਾ ਹੋਇਆ। ਬਾਣਾ ਪਾ ਕੇ ਲੋਕ ਇਸ ਬਾਣੀ ਨੂੰ ਇੱਕ ਮੰਗਣ ਦਾ ਹੀ ਜ਼ਰੀਆ ਸਮਝਦੇ ਨੇ, ਸਾਧਨ ਸਮਝਦੇ ਨੇ ਵੀ ਇਹ ਬਾਣਾ ਪਾ ਕੇ ਸੋ ਚੰਗਾ ਚੋਖਾ ਖਾਣ ਨੂੰ, ਪਹਿਨਣ ਨੂੰ, ਭੋਗਣ ਨੂੰ ਪ੍ਰਾਪਤ ਹੁੰਦਾ। ਇਸ ਲਈ ਬਹੁਤੇ ਤਾਂ ਖਾਣ ਪੀਣ ਵਾਸਤੇ ਹੀ ਬਾਣਾ ਦਾ ਗਲਤ ਵਰਤੋਂ ਕਰਦੇ, ਬਾਣਾ ਧਾਰਨ ਕੀਤਾ ਹੋਇਆ। 5 ਪ੍ਰਕਾਰ ਦੀ ਸਿੱਖੀ, ਇੱਕ ਭੇਖ ਦੀ, ਇੱਕ ਵੇਖਾ ਵੇਖੀ ਦੀ, ਇੱਕ ਹਿਰਸ ਦੀ। 3 ਪ੍ਰਮਾਣ ਨਹੀਂ, ਸਿਦਕ ਦੀ ਤੇ ਪ੍ਰੇਮ ਦੀ ਪ੍ਰਮਾਣ ਹੈ। ਸੋ ਇਸ ਲਈ ਜੋ ਮਹਾਰਾਜ ਦਾ ਨਾਮ ਹੈ, ਇਹ ਐਸਾ ਭੋਜਨ ਹੈ, ਇੱਕ ਵਾਰੀ ਇਨਸਾਨ ਛਕ ਲਵੇ, ਹਿਰਦੇ ਵਿੱਚ ਵਸ ਜਾਏ, ਮੁੜ ਕੇ ਭੁੱਖ ਨਹੀਂ ਲੱਗਦੀ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਨੂੰ ਕਰੇ ਪੁਕਾਰ। ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ। ਤ੍ਰਿਸ਼ਨਾ ਬੁਝੇ ਹਰਿ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਭੁੱਖਿਆ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਭਾਰ। ਜਿਹੜੇ ਤ੍ਰਿਸ਼ਨਾਲੂ ਪੁਰਖ ਨੇ, ਉਹਨਾਂ ਦੀ ਤ੍ਰਿਸ਼ਨਾ ਦੇ ਨਾਲ ਭੁੱਖ ਨਾ ਉਤਰੀ, ਭਾਵੇਂ ਜਿੰਨਾ ਮਰਜ਼ੀ ਉਹਨਾਂ ਨੂੰ ਦੇ ਦਿਓ, ਤ੍ਰਿਸ਼ਨਾ ਨਹੀਂ ਜਾਂਦੀ, ਭੁੱਖ ਨਹੀਂ ਉਤਰਦੀ। ਭਾਵੇਂ 4 ਪੁਰੀਆਂ ਦੇ ਭਾਰ ਬਣ ਕੇ ਦੇ ਦਿਓ। ਸੋ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਨਾਮ ਜਪਿਆ, ਉਹਨਾਂ ਦੀਆਂ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ, ਤ੍ਰਿਸ਼ਨਾ ਉਤਰ ਗਈ, ਖਤਮ ਹੋ ਗਈ ਹੈ। ਸੋ ਬਿਨਵੰਦ ਨਾਨਕ ਹਰ ਨਾਮ ਤ੍ਰਿਪਤੇ, ਤੇ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਹਰੀ ਦੇ ਨਾਮ ਦੇ ਭੋਜਨ ਦੇ ਛਕਣ ਨਾਲ, ਉਹਦੇ ਸਵਾਦ ਦੇ ਨਾਲ, ਪੀ ਕੇ ਹਰ ਕੇ ਨਾਮ ਬਿਨ ਜੀਓ। ਨਾਮ ਤੋਂ ਬਗੈਰ ਸਭ ਕੁਝ ਫਿੱਕਾ ਹੈ। ਨਾਮ ਦੇ ਸਵਾਦ ਨਾਲ ਅਸੀਂ ਤ੍ਰਿਪਤ ਹੋਏ ਹਾਂ। ਮਠਿਆਈ ਇੱਕ ਇਹੋ ਜਿਹਾ ਭੋਜਨ ਹੈ, ਥੋੜਾ ਛਕਣ ਤੋਂ ਪੇਟ ਭਾਵੇਂ ਨਾ ਭਰੇ, ਪਰ ਮਨ ਭਰ ਜਾਂਦਾ ਹੈ। ਆ ਜਿਹੜੇ ਚੌਲ ਨੇ, ਜਿੰਨਾ ਮਰਜ਼ੀ ਢਿੱਡ ਭਰੀ ਜਾਓ, ਬੰਦਾ ਰੱਜਦਾ ਹੀ ਨਹੀਂ, ਮਿੰਟ ਬਾਅਦ ਫਿਰ ਖਾਲੀ। ਪਰ ਜਿਹੜਾ ਮਿੱਠਾ ਭੋਜਨ ਹੈ, ਇਹ ਸਗੋਂ ਭਾਵੇਂ ਥੋੜਾ ਤ੍ਰਿਪਤੀ ਜ਼ਿਆਦਾ ਹੁੰਦੀ ਹੈ। ਇਹ ਉਹ ਨਾਮ ਇੱਕ ਇਹੋ ਜਿਹੀ ਉੱਤਮ ਵਸਤੂ ਹੈ, ਇਹ ਮੂਰਖਾਂ ਵਾਂਗ ਨਹੀਂ ਖਾਣੀ ਪੈਂਦੀ। ਸਿਆਣਪ ਦੇ ਨਾਲ ਭਾਵੇਂ ਥੋੜਾ ਜਪੋ, ਮਨ ਸੰਤੋਖੀ ਹੋ ਜਾਂਦਾ, ਜ਼ਿਆਦਾ ਤ੍ਰਿਪਤ ਹੁੰਦਾ ਹੈ। ਇਉਂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਸਾਰੀ ਉਮਰ ਖਾਣ ਪੀਣ ਦਾ ਕੋਈ ਲਾਲਚ ਨਹੀਂ ਕੀਤਾ, ਸਾਲ ਹੀ ਲੱਗ ਜਾਂਦੀ ਰੋਟੀ ਖਾਧੀ ਨੂੰ, ਤੇ ਸਾਲਾਂ ਬਾਅਦ ਕੋਈ ਪਿਆਰ ਸ਼ਰਧਾ ਨਾਲ ਛਕਾਉਂਦਾ ਤਾਂ ਮਹਾਰਾਜ ਛਕ ਲੈਂਦੇ। ਮਰਦਾਨੇ ਦੀ ਭੁੱਖ ਵੀ ਕਈਆਂ ਦੀ ਕਲਿਆਣ ਦਾ ਕਾਰਨ ਬਣੀ। ਨਾ ਭਾਈ ਬਾਲੇ ਨੂੰ ਲੱਗੀ, ਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੁੱਖ ਲੱਗੀ। ਮਹਾਰਾਜ ਕਹਿੰਦੇ, ਨਾਨਕ ਧਰਾਤੇ ਹਰ ਨਾਮ ਸਵਾਦ। ਅਸੀਂ ਹਰੀ ਦੇ ਨਾਮ ਦੇ ਸਵਾਦ ਨਾਲ
ਤ੍ਰਿਪਤ ਹੋਏ ਹਾ ਤ੍ਰਿਪਤ ਭਈ ਸੱਚ ਭੋਜਨ ਖਾਇਆ। ਬਿਨ ਹਰ ਗੁਰ ਪ੍ਰੀਤਮਾ ਜਨਮ ਬਾਦ। ਹਰੀ ਪਰਮਾਤਮਾ ਅਤੇ ਪਿਆਰੇ ਗੁਰੂ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਚਲਿਆ ਜਾਂਦਾ ਹੈ। ਬਸੰਤ ਹੰਡੋਲ ਮਹੱਲਾ ਪਹਿਲਾ। ਝੂਲੇ ਵਾਂਗ ਚਲਾਉਣ ਵਾਲਾ ਹੰਡੋਲ ਰਾਗ ਤੇ ਬਸੰਤ ਆਨੰਦ ਵਾਲਾ ਰਾਗ, ਇਹ ਦੋਵੇਂ ਮਿਲਾ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਘਰ ਦੂਜਾ। ਦੂਜੇ ਘਰ ਸੁਰ ਤਾਲ ਦੇ ਅੰਦਰ ਉਚਾਰਨ ਕਰ ਰਹੇ ਹਨ। ਏਕੋ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬਦਾ ਪ੍ਰਕਾਸ਼ਿਤ ਹੈ। ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। 9 7 14 3 4। ਇਹ ਜਿਹੜਾ ਪਾਵਨ ਸ਼ਬਦ ਹੈ, ਫਿਰ ਬਾਬਾ ਮੱਕੇ ਗਿਆ, ਮੱਕੇ ਦੇ ਵਿੱਚ ਉਚਾਰਿਆ, ਇਹ ਪ੍ਰਭੂ ਤੂੰ 9 ਖੰਡ 7 ਦੀਪ 14 ਲੋਕ 7 ਪਤਾਲ ਤੇ 7 ਆਕਾਸ਼, 3 ਗੁਣ ਤੇ 4 ਖਾਣੀਆਂ ਦੀ। ਕਾਰ ਮਹਲਤ 4 ਬਹਾਲੀ। ਹੱਦ ਹਵੇਲੀ ਬਣਾ ਕਰਕੇ ਸੁੰਦਰ ਸ੍ਰਿਸ਼ਟੀ ਸਥਿਤ ਕੀਤੀ ਹੈ। 9 7 14 3 4। ਇਹ ਪ੍ਰਭੂ ਤੂੰ 9 ਗੋਲਕਾਂ 7 5 ਤਤ ਮਨ ਤੇ ਬੁੱਧ, 14 5 ਕਰਮ ਇੰਦਰੀ 5 ਗਿਆਨ ਇੰਦਰੀ ਤੇ 4 ਅੰਤःਕਰਨ ਮਨ ਬੁੱਧ ਚੇਤ ਅਹੰਕਾਰ, 3 ਅਵਸਥਾ ਜਾਗਰਤ ਸੁਪਨ ਦੇ ਸੁਖੋਬਤ ਅਤੇ 4 ਸੁਭਾਅ ਉੱਤਮ ਮੱਧਮ ਕ੍ਰਿਸ਼ਟ ਅਤੇ ਅਦਮ ਇਤਿਆਦਿ ਗੁਣਾ ਕਰਕੇ। ਘਰ ਮਹਲਤ 4 ਬਹਾਲੀ। ਇਸ ਦੇਹ ਰੂਪੀ ਸੁੰਦਰ ਹਵੇਲੀ ਦੇ ਵਿੱਚ ਸਥਿਤ ਕੀਤੀ ਹੈ, ਜਾਂ 4 ਵਰਨ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼ ਜਾਂ ਸੀਆ ਸੁਨੀ ਹਾਫੀ ਇਮਾਮ ਸਾਫੀ ਬਣਾ ਕੇ ਇਹ ਦੋ ਰੂਪ ਹਵੇਲੀ ਸਥਿਤ ਕੀਤੀ ਹੈ। 4 ਦੀਵੇ 4 ਦੀਏ। ਇਹ ਪ੍ਰਭੂ ਤੂੰ 4 ਵੇਦਾਂ ਰੂਪ ਦੀਵੇ 4 ਯੁੱਗਾਂ ਦੇ ਜੀਵਾਂ ਦੇ ਹੱਥ ਵਿੱਚ ਦੇਣਾ ਕੀਤੇ ਹਨ। ਇਸੇ ਪ੍ਰਕਾਰ 4 ਦੀਵੇ 4 ਦੀਏ। 4 ਮਰਨਾਂ ਨੂੰ ਤੂੰ ਇਹ ਦਿੱਤੇ ਨੇ 4 ਵੇਦਾਂ ਰੂਪ ਦੀਵੇ। ਭਾਵ ਸਤਿਯੁਗ ਵਿੱਚ ਸਾਮਵੇਦ ਬ੍ਰਾਹਮਣਾਂ ਨੂੰ ਦਿੱਤਾ ਸੀਗਾ ਅਤੇ ਤ੍ਰੇਤੇ ਵਿੱਚ ਖੱਤਰੀਆਂ ਦਾ ਰਾਜ ਤੇ ਰਿਗਵੇਦ ਸੀਗਾ। ਦੁਆਪਰ ਵਿੱਚ ਵੈਸ਼ਾਂ ਦਾ ਰਾਜ ਸੀ ਅਤੇ ਯਜੁਰਵੇਦ ਸੀ। ਹੁਣ ਕਲਯੁਗ ਵਿੱਚ ਸ਼ੂਦਰਾਂ ਦਾ ਰਾਜ ਹੈ ਅਤੇ ਅਥਰਵਣ ਵੇਦ ਪ੍ਰਧਾਨ ਹੈ। ਤੇ ਵਾਰੀ ਅਨੁਸਾਰ ਇੱਕ ਵੇਦ ਵੰਡਿਆ ਹੋਇਆ ਹੈ। ਏਕਾ ਵਾਰੀ। ਇੱਕ ਵਾਰੀ ਅਨੁਸਾਰ ਨਵੇੜਾ ਹੁੰਦਾ ਹੈ। ਭਾਵ ਸਤਿਯੁਗ ਵਿੱਚ ਲੱਖ ਵਰ੍ਹਿਆਂ ਦੀ ਆਰਜ, ਲੱਖਾਂ ਸਾਲਾਂ ਦੀ ਉਮਰ ਸੀ। ਜੇ ਕੋਈ ਇੱਕ ਗੁਨਾਹ ਕਰਦਾ ਤਾਂ ਸਾਰੇ ਦੇਸ਼ ਨੂੰ ਦੰਡ ਮਿਲਦਾ। ਤ੍ਰੇਤੇ ਵਿੱਚ 10,000 ਸਾਲ ਦੀ ਉਮਰ ਸੀ। ਕਿਸੇ ਇੱਕ ਦੇ ਗੁਨਾਹ ਕਰਨ ਨਾਲ ਸਾਰੀ ਨਗਰੀ ਨੂੰ ਦੰਡ ਮਿਲਦਾ। ਸਤਿਯੁਗ ਵਿੱਚ ਹਰਨਾਕਸ਼ ਨੇ ਗੁਨਾਹ ਕੀਤਾ, ਉਹਦਾ ਸਾਰਾ ਦੇਸ਼ ਉਜੜ ਗਿਆ। ਤ੍ਰੇਤੇ ਚ ਰਾਮ ਨੇ ਗੁਨਾਹ ਕੀਤਾ, ਉਹਦੀ ਸਾਰੀ ਨਗਰੀ ਲੰਕਾ ਉੱਡ ਗਈ। ਦੁਆਪਰ ਵਿੱਚ 1000 ਸਾਲ ਦੀ ਉਮਰ ਰਹਿ ਗਈ। ਕਿਸੇ ਇੱਕ ਦੇ ਗੁਨਾਹ ਕਾਰਨ ਨਾਲ ਸਾਰੀ ਵੰਸ਼ ਨੂੰ ਦੰਡ ਮਿਲਦਾ। ਇੱਕ ਸਾਂਭੇ ਨਾਮ ਦੇ ਮੁੰਡੇ ਨੇ ਢਿੱਡ ਦੀ ਬਾਟੀ ਬਣ ਕੇ ਧਨਵਾਸ਼ੀ ਨੂੰ ਮਖੌਲ ਕੀਤਾ। ਉਹਨੇ ਉਹਦੀ ਕੁੱਲ ਨੂੰ ਹੀ ਸਵਰਾਗ ਦੇ ਦਿੱਤਾ। ਆਤਮਾ ਦੀ ਸਾਰੀ ਕੁੱਲ ਭਸਮ ਕਰ ਦਿੱਤੀ।
ਤੇ ਹੁਣ ਕਲਯੁਗ ਵਿੱਚ ਤਕਰੀਬਨ 100 ਸਾਲ ਦੀ ਉਮਰ ਰਹਿ ਗਈ, ਉਹ ਵੀ ਕੋਈ ਭਾਗਾਂ ਵਾਲਾ ਭੋਗਦਾ। ਇਸ ਵਿੱਚ ਜੋ ਕੋਈ ਗੁਨਾਹ ਕਰਦਾ ਉਹਦਾ ਫਲ ਉਹ ਆਪ ਹੀ ਭੋਗਣਾ ਕਰਦਾ ਹੈ। ਇਉਂ ਏਕਾ ਵਾਰੀ ਇੱਕ ਵਾਰੀ ਅਨੁਸਾਰ ਨਿਬੇੜਾ ਹੁੰਦਾ ਹੈ। ਮਿਹਰਬਾਨ ਮਧੂਸੂਦਨ ਮਾਧੋ, ਇਹ ਮਿਹਰ ਕਰਨ ਵਾਲੇ, ਮਧੂ ਨਾਮੇ ਦੈਤ ਨੂੰ ਕੱਟਣ ਵਾਲੇ, ਜਾਂ ਹੰਕਾਰ ਵੀ ਮਧੂ ਦੈਤ ਨੂੰ ਕੱਟਣ ਵਾਲੇ, ਤੇ ਮਾਧੋ ਮਾਇਆ ਦੇ ਪਤੀ ਪ੍ਰਭੂ। ਐਸੀ ਸੰਗਤ ਤੁਮਾਰੀ, ਤੇਰੀ ਅਜਿਹੀ ਸ਼ਕਤੀ ਵਰਤ ਰਹੀ ਹੈ। ਰਹਾਉ ਵਿਸ਼ਰਾਮ ਦੇ ਕਰ ਪ੍ਰਮਾਣ ਕਰਦੇ ਨੇ। ਧਰ ਕਰ ਲਸ਼ਕਰ ਪਾਵਕ ਤੇਰਾ, ਸਰੀਰਾਂ ਅੰਦਰ ਭੋਜਨ ਨੂੰ ਹਜਮ ਕਰਨ, ਪ੍ਰਾਣਾਂ ਨੂੰ ਚਲਾਉਣ ਵਾਲੀ ਅੱਗ ਤੇਰਾ ਫੌਜਾਂ ਦਾ ਸਮੁਦਾਇ ਬਣਿਆ ਹੋਇਆ ਹੈ। ਧਰਮ ਕਰੇ ਸਿੱਖਦਾਰੀ, ਅਤੇ ਧਰਮ ਰਾਜਾ ਸਭ ਸਰੀਰਾਂ ਉੱਪਰ ਸਰਦਾਰੀ ਕਰ ਰਿਹਾ ਹੈ। ਧਰਤੀ ਦੇ ਗਮਲ ਇੱਕ ਵੇਰਾ, ਇਹ ਧਰਤੀ ਰੂਪ ਦੇਖ ਇੱਕ ਵਾਰ ਹੀ ਸਭ ਨੂੰ ਮਿਲ ਗਈ ਹੈ। ਭਾਗ ਤੇਰਾ ਭੰਡਾਰੀ, ਮਤਲਬ ਕਿ ਜੋ ਬੀਜੀ ਜਾਓਗੇ ਉਹੀ ਖਾਈ ਜਾਓਗੇ। ਇਹ ਪ੍ਰਭੂ ਤੇਰਾ ਲਿਖਿਆ ਹੋਇਆ ਪ੍ਰਾਰਬਧ ਰੂਪੀ ਭਾਗ ਕਰਮ ਭੰਡਾਰਾ ਵਰਤਾਉਣ ਵਾਲਾ ਭੰਡਾਰੀ ਬਣਾਇਆ ਹੋਇਆ ਹੈ। ਨਾ ਸਵਾਪੂਰ ਹੋਵੈ ਫਿਰ ਮੰਗੈ, ਜਿਸ ਨੂੰ ਸੰਤੋਖ ਨਹੀਂ ਹੁੰਦਾ ਉਹ ਮੁੜ ਮੁੜ ਹੋਰ ਭੋਗ ਹੋਰ ਪਦਾਰਥ ਮੰਗਦਾ ਫਿਰਦਾ ਹੈ। ਨਾਰਦ ਕਰੇ ਖੁਆਰੀ, ਉਸਦਾ ਇਹ ਜੁੜ ਨਾਰਦ ਚੰਚਲ ਮਨ ਹੈ, ਖੁਆਰੀ ਖਰਾਬੀ ਕਰਦਾ ਹੈ। ਜਿੰਨੀਆਂ ਖਰਾਬੀਆਂ ਸਭ ਮਨ ਦੀਆਂ ਹਨ। ਲੱਭ ਅੰਧੇਰਾ ਬੰਦੀ ਖਾਨਾ, ਖਾਣ ਦਾ ਜੋੜਨ ਦਾ ਜੋ ਲਵ ਲਾਲਚ ਹੈ, ਇਹ ਜੀਵਨ ਲਈ ਹਨੇਰੇ ਵਾਲਾ ਕੈਦਖਾਨਾ ਬਣਿਆ ਹੋਇਆ ਹੈ। ਔਗਣ ਪੈਰ ਲੋਹਾਰੀ, ਅਤੇ ਜੀਵਨ ਦੇ ਪੈਰਾਂ ਵਿੱਚ ਗੁਨਾਹ ਰੂਪ ਲੋਹੇ ਦੀਆਂ ਬੇੜੀਆਂ ਪਈਆਂ ਹੋਈਆਂ ਨੇ, ਤੇ ਗੁਨਾਹ ਰੂਪ ਲੋਹੇ ਦੀ ਬੇੜੀ ਪਈ ਹੋਈ ਹੈ। ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪਾਂ ਦੀ ਰਾਸ਼ੀ ਕਰਕੇ ਨਿਤਾ ਪ੍ਰਤੀ ਮੋਲਿਆਂ ਦੀ ਮਾਰ ਪੈਂਦੀ ਹੈ। ਪਾਪ ਕਰੇ ਕੋਟ ਵਾਰੀ, ਅਤੇ ਪਾਪ ਕਰਮ ਹੀ ਕੋਤਵਾਲੀ ਕਰਦਾ ਹੈ। ਜਾਂ ਸਰੀਰ ਦਾ ਕੋਤਵਾਲ ਮਨ ਜੀਵਾਤਮਾ ਪਾਪ ਕਰਮ ਕਰਦਾ ਹੈ। ਭਾਵੈ ਚੰਗਾ ਭਾਵੈ ਮੰਦਾ, ਇਹ ਪ੍ਰਭੂ ਲੋਕਾਂ ਦੀ ਦ੍ਰਿਸ਼ਟੀ ਵਿੱਚ ਭਾਵੇਂ ਕੋਈ ਚੰਗਾ ਕਰਮ ਕਰਦਾ ਤੇ ਭਾਵੇਂ ਕੋਈ ਕਰਦਾ ਮੰਦ ਕਰਮ। ਜੈਸੀ ਨਦਰ ਤੁਮਾਰੀ, ਉਹਨਾਂ ਦੀ ਕਰਨੀ ਅਨੁਸਾਰ ਜਿਹੋ ਜਿਹੀ ਤੇਰੀ ਦ੍ਰਿਸ਼ਟੀ ਹੁੰਦੀ ਹੈ, ਉਹੋ ਜਿਹੀ ਹੀ ਜੀਵਾਂ ਦੀ ਹਾਲਤ ਹੁੰਦੀ ਹੈ। ਆਦ ਪੁਰਖ ਕੋ ਅੱਲਾਹ ਕਹੀਐ, ਇਹ ਆਦ ਮੁੜ ਸਰੂਪ ਤੇ ਪੁਰਖ ਵਿਆਪਕ ਪ੍ਰਭੂ ਆਪ ਜੀ ਨੂੰ ਮੁਸਲਮਾਨ ਲੋਕ ਅੱਲਾ ਕਹਿਣ ਲੱਗ ਪਏ ਹਨ। ਸਿੱਖਾਂ ਆਈ ਵਾਰੀ, ਅਤੇ ਸਿੱਖਾਂ ਪਠਾਨਾਂ ਦੇ ਰਾਜ ਕਰਨ ਦੀ ਵਾਰੀ ਆ ਗਈ ਹੈ। ਦੇਵਾਂ ਦੇਵਤਿਆਂ ਕਰ ਲਗਾ, ਫਿਰ ਦੇਵਤਿਆਂ ਦੇ ਮੰਦਰ ਅਤੇ ਦੇਵਤਿਆਂ ਦੀਆਂ ਮੂਰਤਾਂ ਨੂੰ ਟੈਕਸ ਲੱਗ ਗਿਆ ਹੈ। ਐਸੀ ਕੀਰਤ ਚਾਲੀ, ਅਜਿਹੀ ਮੁਸਲਮਾਨਾਂ ਦੀ ਕੀਰਤੀ ਰੋਹੀਤ ਚੱਲ ਪਈ ਹੈ। ਪੂਜਾ ਬਾਗ ਨਿਵਾਜ ਮੁਸੱਲਾ, ਹੱਥ ਦੇ ਵਿੱਚ ਲੋਟਾ ਗੰਗਾ ਸਾਗਰ ਫੜ ਲਿਆ, ਬਾਂਗਾ ਦਿੰਦੇ ਨੇ, ਨਮਾਜ਼ ਪੜ੍ਹਦੇ, ਹੇਠਾਂ ਆਸਣ ਵਿਛਾ ਕੇ ਉੱਪਰ ਗੋਡੀਆਂ ਦੀਆਂ ਮੁੱਧੀਆਂ ਮਾਰ ਕੇ ਹੱਥ ਦੀਆਂ ਤਲੀਆਂ ਨੂੰ ਉੱਪਰ ਕਰਕੇ
कदी उपर वेंदे कदी नक रगड़ते क्यों नमाज पढ़ते ने। नील रूप बनवारी ये संसार भाग दे वाले प्रभु क्यों नीले रूप भाव नीले बाणे वाले ये मुगलों की प्रधानता हो गई है। कर कर मिया सबना जिया आओ मियाँ जी बैठो मियाँ जी। ये प्रभु हुण करा घर अंदर सारे जीवां दे मूँह मियाँ जी उचारण हुंदा है। बोले अवरत मारी हुण तेरी सृष्टि दी होर ही बोली हो गई है। भाव संस्कृत ਅਤੇ ਹਿੰਦੀ ਦੇ ਥਾਂ ਤੁਰਕਾਂ ਦੀ ਬੋਲੀ ਅਰਬੀ ਫਾਰਸੀ ਆਦਿ ਦਾ ਬੋਲਬਾਲਾ ਹੋ ਗਿਆ ਹੈ। ਅਸਲ ਦੇ ਵਿੱਚ ਸਭ ਤੋਂ ਨਿਕੰਮੇ ਗੁਰਦੁਆਰੇ ਅਸੀਂ ਜੰਮੇ ਹਾਂ। ਮੈਨੂੰ ਮਾਫ ਕਰਨਾ, ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪ ਨੂੰ ਮਾੜਾ ਕਹੋ। ਇਹਨਾਂ ਲੜੇ ਹਾਂ ਮਰੇ ਹਾਂ, ਰਾਜ ਵੀ ਥੋੜਾ ਬਹੁਤਾ ਹੋਇਆ ਪਰ ਪੰਜਾਬੀ ਬੋਲੀ ਨੂੰ ਅਹਿਮੀਅਤ ਨਹੀਂ ਦਿਵਾ ਸਕੇ। अंग्रेजी ही प्रधान है साढ़े आप दे देश, आप दी धरती, आप दे घर विच भी अंग्रेजी ही चलती है। ते ना वो सड़ी जी पढ़ी जाए ना समझी जाए तो मथा मारवा बंदा हम जांदा। सियाणियां दा कहना कि बेसिकली ज्ञान जो है आपदी मां बोली विच करना चाहिए। वो बेसिकली जे अंग्रेजी चल पई की समझाओगे कुछ भी। कारण की है कि साडे देश उपर सतगुरु नानक देव जी दे वेले तां मुसलमान हावी सीगे। जिहदा राज होवे सिक्का भी उहदा ही चलदा। मुसलमानां दा राज सीगा ते सिक्का भी उहनां दा, बोली भी उहनां दी। अरबी फारसी उर्दू आदि कोई बोली नूं सिखना कोई माड़ी गल नहीं है ते पर आपदी बोली छड्डनी भी कोई चंगी गल नहीं। सतगुरु नानक देव महाराज ने गुरमुखी अखरां की काट कड़ी और जो गुरबाणी प्रभु का ज्ञान है वो गुरमुखी अखरां साडी आपदी मां बोली पंजाबी को सानूं बख्शी है। फिर उस तो बाद गोरियां का राज होया। वध दे विच करीब करीब सब जगह ते गोरियां ने राज किया। इसलिए इंटरनैशनल की बोली जो है वो अंग्रेजी हो गई, जिहदे बोलण तो बगैर सीखण तो बगैर साडा गुजारा नहीं है। जिन्नी आईलैट्स के पेपरां के उपर असीं पूंजी गोरियां नूं दे रहे हैं, मैं समझदा कि जे साडे प्राणियां ते लग जाए, सोने दियां बन जाण, सड़कां ते लग जाए ते सड़कां सोने दियां बन जाण ते मेट्रो की ना जहाज चल सकदे कई कुछ कितनी तरक्की हो सकती है। सो आईलैट्स के नाम से अंग्रेजी का एक छोटा जिहा टैसट है और हज़ारां ही रुपये साडे मुंडे ते कुड़ियां ते बर्बाद करदे ने। सानूं करने पैंदे क्योंकि इस तो बगैर तरक्की नहीं है। राज उन्हां दा है, इत्थे भी रहा सब जगह ते। इस वास्ते असीं आपदी गल ही नहीं समझा सके किसी दूसरे नूं। महाराज साहब सच्चे पातशाह जी कीर्तन करते हैं कि हे वाहिगुरू तेरी जिहड़ी सृष्टि है सब डंडे दे पीर ने, डंडे दे यार ने। जिहदा डंडा कायम है उहदा हुक्म चलदा, बोली भी उहदी बोलनी पैंदी है। डरदे मारिया सब दुनिया ये तुर्कां दी बोली बोली जा रही है जो बेसिकली बोली हिंदुस्तान की हिंदी संस्कृति की पहला। सो ये छड्ड के अरबी फारसी आदि का बोलबाला हो गया है। भाषावां गुरु गोबिंद सिंह जी नूं भी बड़ियां आउंदियां सन। अल्लाह जाप साहब भी 17 भाषा विच है। गुरु ग्रंथ साहब की विच तां कई भाषावां ने। इसलिए भाषा की निंदिया नहीं है, बोली की निंदिया नहीं है। गल तां जबरदस्ती जुर्म की हो रही है। तो जिहड़ा जबरदस्ती कोई आपकी बोली सिखाउंदा है, इसलिए सिखां नूं जो मर्जी सिखण मुबारकां ने, पर गुरमुखी पंजाबी गुरु की बाणी का ज्ञान लाजमी होना चाहिए है। क्योंकि जो गुरु ग्रंथ साहब जी की ट्रांसलेशन है ये किसी होर बोली च आपां कर ही नहीं सकते।
ਸਾਡੀ ਪੰਜਾਬੀ ਬੋਲੀ ਦੇ 35 ਅੱਖਰ ਨੇ ਤੇ ਅੰਗਰੇਜ਼ੀ ਦੇ ਨੇ 27। 35 ਦੇ 27 ਦਾ ਦੱਸੋ ਕੀ ਮੁਕਾਬਲਾ? 8 ਅੱਖਰਾਂ ਦਾ ਕਾਪਾ ਕੌਣ ਪੂਰਾ ਕਰੂਗਾ? ਪੜਾੜਾ ਅੱਖਰ ਹੀ ਨਹੀਂ ਅੰਗਰੇਜ਼ੀ ਵਿੱਚ ਹੈ, ਨੰਗੇ ਨੂੰ ਕੀ ਬੋਲਾਂਗੇ? ਇਸ ਵਾਸਤੇ ਚੱਚਾ ਤੇ ਸ਼ਸ਼ਾ ਕਿਵੇਂ ਲਿਖਾਂਗੇ? ਉਹੀ CH ਦਾ ਚੱਚਾ ਤੇ ਉਹੀ CH ਦਾ ਸ਼ਸ਼ਾ। ਇਸ ਲਈ ਜਿੰਨੀਆਂ ਵੀ ਟ੍ਰਾਂਸਲੇਸ਼ਨਾਂ ਗੁਰਬਾਣੀ ਦੀਆਂ ਅੰਗਰੇਜ਼ੀ ਵਿੱਚ ਸੰਪੂਰਨ ਤੌਰ ਤੇ ਬਸੰਤ ਰਾਗ ਹੈ ਜਿਹਦੀ ਕਥਾ ਆਪਾਂ ਕਰ ਰਹੇ ਹਾਂ। ਮੋਲੀ ਧਰਤੀ ਮੋਲਿਆ ਆਕਾਸ਼, ਅੰਗਰੇਜ਼ੀ ਦੇ ਵਿੱਚ ਮੋਲਿਆ ਦਾ ਕੀ ਅਰਥ ਕਰਾਂਗੇ? ਜਿਹੜਾ ਪ੍ਰਫੁੱਲਤ ਹੋਣਾ ਹੈ, ਖਿੜਨਾ ਹੈ। ਇਸ ਵਾਸਤੇ ਕਈ ਅੱਖਰ ਐਸੇ ਨੇ ਜਿਨ੍ਹਾਂ ਨੂੰ ਆਪਾਂ ਹੋਰ ਬੋਲੀ 'ਚ ਐਕਸਪਲੇਨ ਨਹੀਂ ਕਰ ਸਕਦੇ। ਆ ਜਿਹੜਾ ਨੰਗਾ ਅੱਖਰ ਹੈ, ਨੰਗਾ, ਜਿਹੜੇ ਚਾਈਨੀਜ਼ ਲੋਕ ਨੇ ਉਹਨਾਂ ਦੀ ਬੋਲੀ ਸਿੰਬਲਿਕ ਹੈ, ਲਗਾ ਮਾਤਰਾ ਨਹੀਂ ਹਨ, ਸਿੰਬਲ ਹੀ ਹਨ। ਉਸ ਮੁੰਡੇ ਜੇ ਘਰ ਜੇ ਬਣਾਉਂਦੇ ਨੇ ਪਰ ਉਹ ਹੈਰਾਨ ਹਨ, ਦੱਸਦੇ ਨੇ ਕਿ ਬਾਕੀ ਦੁਨੀਆ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਚਾਈਨੀਜ਼ ਸਿੱਖਣ ਵਾਸਤੇ ਬੜੀ ਕਠਿਨਾਈ ਆਉਂਦੀ, ਪਰ ਪੰਜਾਬੀ ਸਾਡੇ ਅਤੇ ਸਿਕਿਉਰਿਟੀ ਗਾਰਡ ਨੇ, ਉਹਨਾਂ ਨੂੰ ਗੱਲ ਕਰਨੀ ਪੈਂਦੀ ਹੈ, ਡਿਲੀਵਰੀ ਵਾਲੇ ਨੇ, ਉਹ ਕਹਿੰਦੇ ਝੱਟ ਹੀ ਸਿੱਖ ਜਾਂਦੇ। ਕਾਰਨ ਕੀ ਹੈ? ਕਿਉਂਕਿ ਚਾਈਨੀਜ਼ ਬੋਲੀ ਦੇ ਵਿੱਚ ਸਮਝ ਲਓ ਵੀ ਜੇ 35 ਅੱਖਰ ਨੇ ਤੇ 23 ਅੱਖਰਾਂ ਦੇ ਵਿੱਚ ਨੰਗਾ ਯੂਜ਼ ਹੁੰਦਾ। ਉਹ ਨੱਕ ਦੇ ਵਿੱਚ ਬੋਲਦੇ ਨਾ ਕਰਕੇ, ਤੇ ਨੰਗਾ ਪੰਜਾਬੀ ਦੇ ਵਿੱਚ ਇੱਕ ਕਾਮਨ ਅੱਖਰ ਹੈ ਜੋ ਝਾਟੀ ਬੋਲਿਆ ਜਾਂਦਾ। ਉਹ ਨੰਗਾ ਅੱਖਰ ਜ਼ਿਆਦਾ ਯੂਜ਼ ਹੋਣ ਕਰਕੇ ਚਾਈਨੀਜ਼ ਪੰਜਾਬੀ ਝੱਟ ਸਿੱਖ ਜਾਂਦੇ ਨੇ। ਸਭ ਤੋਂ ਕਠਿਨ ਬੋਲੀ ਜੋ ਹੈ ਸਿੱਖਣ ਵਾਲੀ ਉਹ ਪੰਜਾਬੀ ਹੈ। ਜ਼ਿਆਦਾ ਅੱਖਰ ਇਹਦੇ ਵਿੱਚ ਹਨ, ਅਰੇ ਸੰਪੂਰਨ ਬੋਲੀ ਹੈ, ਬਾਕੀ ਸਭ ਅਧੂਰਾਪਨ ਹੈ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵੀ ਆਪ ਦੀ ਬੋਲੀ ਹੈ, ਜਿਨ੍ਹਾਂ ਨੇ ਇਹਦੇ ਅੱਖਰ ਘੜੇ ਨੇ, ਬਣਾਏ ਨੇ। ਇਹਦਾ ਪ੍ਰਚਾਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤਾ। ਪਰ ਇਹ ਸੱਚੇ ਪਾਤਸ਼ਾਹ ਆਪਦੀ ਬੇਸੀ ਕਰੀ, ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਹੋਰਨਾਂ ਬੋਲੀਆਂ ਦੇ ਵਿੱਚ ਲੋਕ ਮਹਾਰਤ ਹਾਸਲ ਕਰਦੇ ਨੇ। ਧੰਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਫਾਰਸੀ ਦੇ ਵਿੱਚ ਜ਼ਫਰਨਾਮਾ ਲਿਖਿਆ ਹੈ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਸਿੱਖਣ ਦੀ ਨਿੰਦਿਆ ਨਹੀਂ ਜਾਂ ਬੋਲੀ ਦੀ ਨਿੰਦਿਆ ਨਹੀਂ, ਗੱਲ ਜ਼ਬਰਦਸਤੀ ਦੀ ਹੈ। ਇਹ ਉਹ ਜਬਰੀ ਸੋ ਆਪਦੇ ਰਾਜ ਦਾ ਪ੍ਰਭਾਵ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਉਹ ਬੋਲੀ ਸਿਖਾਉਂਦੇ ਸਨ। ਜੇ ਤੂੰ ਮੇਰ ਮਹੀ ਪਤ ਸਾਹਿਬ, ਇਹ ਪ੍ਰਭੂ ਜੇਕਰ ਤੂੰ ਆਪ ਕਿਸੇ ਨੂੰ ਪਾਤਸ਼ਾਹ ਤੇ ਧਰਤੀ ਦਾ ਪਤੀ ਮਾਲਕ ਬਣਾਉਣਾ ਚਾਹੇ, ਕੁਦਰਤ ਕੌਣ ਹਮਾਰੀ, ਉਸ ਵਿੱਚ ਸਾਡੀ ਕਿਹੜੀ ਸ਼ਕਤੀ ਚੱਲ ਸਕਦੀ ਹੈ? ਮਤਲਬ ਨਹੀਂ ਚੱਲ ਸਕਦੀ। ਤਾਰੇ ਕੁੰਟ ਸਲਾਮ ਕਰਨਗੇ। ਇਹ ਪ੍ਰਭੂ ਪਹਿਲਾਂ ਲੋਕ ਤੈਨੂੰ ਨਮਸਕਾਰ ਡੰਡੌਤ ਕਰਦੇ ਸਨ, ਹੁਣ ਚਾਰੇ ਦਿਸ਼ਾਵਾਂ ਦੇ ਲੋਕ ਤੈਨੂੰ ਸਲਾਮ ਕਰਨਗੇ। ਸਲਾਮ ਮੁਸਲਮਾਨਾਂ ਦੀ ਬੋਲੀ ਹੈ, ਇਹ ਡੰਡੌਤ ਹਿੰਦੂਆਂ ਦੀ ਬੋਲੀ ਹੈ। ਹਰ ਕਰ ਸਿਫਤ ਤੁਮਾਰੀ, ਅਤੇ ਭਗਤੀ ਦੀ ਥਾਂ ਘਰਾਂ ਘਰਾਂ ਵਿੱਚ ਤੇਰੀ ਸਿਫਤ ਹੋਵੇਗੀ। ਮਤਲਬ ਗੱਲ ਇੱਕੋ ਹੀ ਹੈ। ਮੁਸਲਮਾਨਾਂ ਦੀ ਬੋਲੀ ਸਿਫਤ ਕਹਿੰਦੇ ਨੇ, ਭਾਵ ਬੋਲੀ ਬਦਲ ਜਾਵੇਗੀ। ਜਦੋਂ ਸਤਿਗੁਰਾਂ ਨੇ ਮੱਕੀ ਵਿੱਚ ਐਸੇ ਬਚਨ ਉਚਾਰੇ, ਤਦੋਂ ਆਕਾਸ਼ਬਾਣੀ ਹੋਈ ਕਿ ਤੁਸੀਂ ਦੱਸੋ ਇਹ ਗੁਰੂ ਨਾਨਕ ਦੇਵ ਜੀ ਕੀ ਚਾਹੀਦਾ ਤੁਹਾਡੇ ਮੁਤਾਬਕ? ਤਾਂ ਗੁਰੂ ਸਾਹਿਬ ਉੱਤਰ ਦਿੰਦੇ ਨੇ, ਤੀਰਥ ਸਿਮਰਤ ਪੁੰਨ ਦਾਨ। ਇਹ ਪ੍ਰਭੂ ਹਿੰਦੂਆਂ ਨੂੰ ਵੀ ਤੀਰਥ ਯਾਤਰਾ ਟੈਕਸ ਤੋਂ ਬਿਨਾਂ ਜਾਣ ਦੇ, ਸਿਮਰਤੀਆਂ ਦੇ ਪਾਠ ਕਰਨ ਦੇ, ਕਿਸੇ ਪ੍ਰਭੂ ਦੇ ਸਮੇਂ ਪੁੰਨ ਤੇ ਸੁਤੇ ਸਿੱਧ ਦਾਨ ਕਰਨ ਦਾ। ਇਸਲਾਹਾ ਮਿਲੈ ਦਿਹਾੜੀ, ਕੁਝ ਦਿਹਾੜੀ ਨੂੰ ਲਾਭ ਭਾਵ ਨਫਾ ਮਿਲਣਾ ਚਾਹੀਦਾ ਹਿੰਦੂਆਂ ਨੂੰ ਵੀ, ਭਾਵੇਂ ਹਿੰਦੂ ਵੀ ਆਜ਼ਾਦ ਹੋਣੇ ਚਾਹੀਦੇ ਨੇ। ਸਤਿਗੁਰਾਂ ਨੇ ਗਰੀਬਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਹਿੰਦੂ ਮਜਲੂਮ ਸੀਗਾ,
ਇਸ ਲਈ ਹਿੰਦੂ ਦੇ ਹੱਕ ਵਿੱਚ ਬੋਲੇ ਹਨ। ਨਾਨਕ ਨਾਮ ਮਿਲੈ ਵਡਿਆਈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਸਾਨੂੰ ਤਾਂ ਹੀ ਵਾਹਿਗੁਰੂ ਤੇਰੇ ਨਾਮ ਜਪਣ ਜਪਾਉਣ ਦੀ ਹੀ ਵਡਿਆਈ ਸ਼ੋਭਾ ਮਿਲੇ। ਮਹਾਰਾਜਾ ਦਲੀਪ ਸਿੰਘ ਜਦ 8 ਸਾਲ ਦਾ ਸੀਗਾ ਤਾਂ ਮਹਾਰਾਣੀ ਜਿੰਦ ਕੌਰਾਂ ਨੂੰ ਤਾਂ ਕੈਦ ਕਰ ਲਿਆ ਗੋਰਿਆਂ ਨੇ, ਯੂਪੀ ਦੇ ਵਿੱਚ ਰੱਖਿਆ ਤੇ ਉੱਥੋਂ ਭੱਜ ਗਈ, ਭੱਜ ਕੇ ਨੇਪਾਲ ਚਲੀ ਗਈ। ਰੋਂਦੀ ਰੋਂਦੀ ਵਿਚਾਰੀ ਅੰਨੀ ਹੋ ਗਈ ਪੁੱਤ ਦੇ ਵਿਛੋੜੇ। ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਇੰਗਲੈਂਡ ਲੈ ਗਏ। ਲੰਡਨ ਲਿਜਾ ਕੇ ਸਭ ਤੋਂ ਪਹਿਲਾਂ ਉਹਦਾ ਜੂੜਾ ਵੱਢਿਆ, ਇਹਨੂੰ ਸਿੱਖੀ ਤੋਂ ਦੂਰ ਰੱਖੋ। ਆਪਦੇ ਮੁੰਡਿਆਂ ਨੂੰ ਤਾਂ ਪੱਗਾਂ ਬੰਨ ਕੇ ਫੋਟੋਆਂ ਲਵਾਈਆਂ ਕਿ ਸਿੱਖ ਸਰਦਾਰ ਬੜੇ ਸੋਭਾ ਪਾਉਂਦੇ ਨੇ, ਤੇ ਉਹ ਸਾਡੇ ਮਹਾਰਾਜੇ ਦਾ ਜੂੜਾ ਵੱਢ ਦਿੱਤਾ। ਇਹ ਸਰਦਾਰ ਰਵੀ ਉਹਨਾਂ ਕਰ ਦਿੱਤਾ। ਫਿਰ ਆਪਦੀ ਬੋਲੀ ਸਿਖਾਈ। ਇਸ ਬੱਚੇ ਨੂੰ ਪੰਜਾਬੀ ਨਹੀਂ ਆਊਗੀ, ਜਪਜੀ ਸਾਹਿਬ ਕੀ ਪੜ੍ਹੋ ਦੱਸੋ? ਜਪਜੀ ਸਾਹਿਬ ਦਾ ਪੰਜਾਬੀ ਵਾਲਾ ਹੀ ਪੜੂਗਾ। ਉਹਨੂੰ ਅੰਗਰੇਜ਼ੀ ਸਿਖਾਤੀ, ਗੋਰਿਆਂ ਦੇ ਨਾਲ ਰੱਖਿਆ। ਉਹਦਾ ਨੇਚਰ ਹੀ ਜਿਹੜਾ ਹੈ ਗੋਰਿਆਂ ਵਾਲਾ ਬਣਾਤਾ। ਤੇ ਜਦ ਮਹਾਰਾਣੀ ਜਿੰਦ ਕੌਰਾਂ ਨੂੰ ਬੁਲਾਇਆ, ਨੇਪਾਲ ਦੇ ਰਾਜੇ ਨੇ ਆਖਿਆ ਵੀ ਇਹਨਾਂ ਕੰਮਿਓ ਇੰਨਾ ਜ਼ੁਲਮ ਨਹੀਂ ਕਰਨਾ ਚਾਹੀਦਾ, ਮਾਂ ਤੋਂ ਪੁੱਤ ਵਿਛੋੜਨਾ। ਮਾਂ ਨੂੰ ਪੁੱਤ ਦੇ ਦਰਸ਼ਨ ਦਾ ਕਰਾ ਦਿਓ, ਉਹ ਸਜਾਈਓ ਮੈਂਟਲੋ। ਇਹ ਵਿਚਾਰੀ ਅੰਨੀ ਹੋ ਗਈ। ਫਿਰ ਕਲਕੱਤੇ ਕਿਸੇ ਹੋਟਲ ਦੇ ਵਿੱਚ ਜਦ ਮਹਾਰਾਣੀ ਜਿੰਦ ਕੌਰਾਂ ਨੂੰ ਦਲੀਪ ਸਿੰਘ ਮਿਲਿਆ, ਬੜੀ ਖੁਸ਼ ਹੋਈ। ਜਦੋਂ ਉਹਨੇ ਸਿਰ ਤੇ ਹੱਥ ਫੇਰਿਆ ਕਿ ਅੱਜ ਮੈਂ ਮਰੀ, ਅੱਜ ਮੇਰਾ ਰਾਜ ਮਿੱਟੀ 'ਚ ਮਿਲਿਆ, ਕਿਉਂਕਿ ਮੇਰਾ ਪੁੱਤ ਸਿੱਖੀ ਤੋਂ ਦੂਰ ਹੋ ਗਿਆ। ਬੜਾ ਉਹ ਵਿਚਾਰੀ ਰੋਈ। ਕਹਿੰਦੀ ਇਹਦੇ ਨਾਲ ਤਾਂ ਤੂੰ ਮੇਰੇ ਮੱਥੇ ਨਾ ਹੀ ਲੱਗਦਾ, ਮੈਂ ਮਾਰੀ ਜਾਂਦੀ ਤੈਨੂੰ ਵੇਖਣ ਤੋਂ ਪਹਿਲਾਂ। ਫਿਰ ਮਹਾਰਾਜਾ ਨੇ ਕਹਿੰਦੇ ਵੀ ਕੇਸ ਰੱਖ ਲਏ ਸੀਗੇ ਤੇ ਉਹਨੂੰ ਨਾਲ ਵੀ ਲੈ ਲੂ ਗਿਆ ਸੀ। ਲੰਡਨ ਦੇ ਵਿੱਚ ਫਿਰ ਵੀ ਉਹਨਾਂ ਨੂੰ ਵੱਖਰਾ ਰੱਖਿਆ ਗਿਆ। ਜਿੰਦ ਕੌਰਾਂ ਦਾ ਸਿੱਖੀ ਦੇ ਨਾਲ ਆਪਦੇ ਪੰਜਾਬੀ ਕਲਚਰ ਨਾਲ ਇੰਨਾ ਪਿਆਰ ਸੀਗਾ। ਗੋਰੇ ਇੰਨੇ ਉਹਦੇ ਤੋਂ ਡਰਦੇ ਸੀ ਵੀ ਆਪਦੇ ਪੁੱਤ ਨੂੰ ਕਿਤੇ ਪੰਜਾਬੀ ਸਿਖਾ ਕੇ ਤੇ ਸਾਡੇ ਤੋਂ ਬਾਗੀ ਨਾ ਕਰ ਦੇਵੇ, ਵੱਖ ਵੱਖ ਰੱਖੇ, ਇਕੱਠੇ ਨਹੀਂ ਮਿਲ ਦਿੱਤਾ। ਹੌਲੀ ਹੌਲੀ ਵਿਚਾਰੀ ਬਿਮਾਰ ਹੋ ਗਈ, ਚੜਾਈ ਕਰ ਗਈ। ਫਿਰ ਬੰਬੇ ਸੰਸਕਾਰ ਕਰਕੇ ਮਹਾਰਾਜਾ ਦਲੀਪ ਸਿੰਘ ਵਾਪਸ ਮੁੜ ਗਿਆ ਤੇ ਗੋਰਿਆਂ ਤੋਂ ਇੰਨੀ ਨਫ਼ਰਤ ਹੋ ਗਈ, ਉਹਨੇ ਸਹੁੰ ਖਾ ਲਈ ਵੀ ਹੁਣ ਮੈਂ ਇੱਥੇ ਮੈਰਿਜ ਕਰਾਉਣੀ ਨਹੀਂ। ਬੜੇ ਉਹਨਾਂ ਤਰਲੇ ਮਾਰੇ, ਪਰ ਲੰਡਨ 'ਚ ਉਹਨੇ ਆਪਣੀ ਮੈਰਿਜ ਨਹੀਂ ਕਰਾਈ। ਰਸਤੇ ਦੇ ਵਿੱਚ ਕਿਤੇ ਮੈਰਿਜ ਹੋਇਆ। ਸੋ ਮਹਾਰਾਣੀ ਬੰਬੇ ਵਿਆਹੀ, 3 ਧੀਆਂ ਹੋਈਆਂ, ਉਹਨਾਂ ਦੀਆਂ ਫੋਟੋਆਂ ਉੱਥੇ ਇੰਗਲੈਂਡ ਦੇ ਵਿੱਚ ਸਾਰੇ ਮਿਊਜ਼ੀਅਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਗੋਰੇ ਨੇ ਉਹ ਆਪਦੀ ਸੋਚ ਨੂੰ, ਆਪਦੀ ਰਾਜਨੀਤੀ ਨੂੰ ਸਾਡੇ ਇੰਡੀਆ ਦੇ ਵਿੱਚ ਛੱਡ ਗਏ। ਅੱਜ ਵੀ ਉਹੀ ਨੀਤੀ, ਉਹੀ ਸੋਚ ਵਰਤੀ ਜਾ ਰਹੀ ਹੈ। ਸਿੱਖ ਦੇ ਉੱਪਰ ਇੰਨੀ ਰੱਬ ਦੀ ਕਿਰਪਾ ਹੈ ਕਿ ਇਹ ਸਿੱਖ ਮਰਿਆਂ ਤੋਂ ਨਹੀਂ ਮਰਦਾ। ਉਹਨਾਂ ਵੇਖਿਆ ਵੀ ਇਹ ਮਰਿਆਂ ਤੋਂ ਨਹੀਂ ਮਰਨਗੇ, ਇਹਨਾਂ ਦੀ ਸੋਚ ਨੂੰ ਮਾਰੋ, ਇਹਨਾਂ ਦੇ ਕਲਚਰ ਨੂੰ ਮਾਰੋ, ਇਹਨਾਂ ਦੀ ਬੋਲੀ, ਇਹਨਾਂ ਦੇ ਕੋਲੋਂ ਖੋ। ਜੂਨ 84 ਦੇ ਵਿੱਚ ਅਕਾਲ ਤਖਤ ਤਾਂ ਢੱਠਿਆ ਸੀ, ਆਪਾਂ ਬਣਾ ਲਿਆ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੱਥ ਲਿਖਤ ਸਨ, ਹੋਰ ਇਹਨਾਂ ਲਿਟਰੇਚਰ, ਇਹਨਾਂ ਕੀਮਤੀ ਖਜ਼ਾਨਾ ਫੌਜ ਟਰੰਕ 'ਚ ਪਾ ਕੇ ਉਹ ਮੰਨਦੇ ਨਹੀਂ, ਕਹਿੰਦੇ ਸਾਡੇ ਕੋਲ ਹੈ ਹੀ ਨਹੀਂ। ਸਰਕਾਰਾਂ ਨੇ ਬਣਾਓ ਕੀ ਕਰਨਾ ਹੋਇਆ, ਸਮੁੰਦਰ ਸੁੱਟ ਦਿੰਦੇ ਅਗਲੇ। ਲੱਭਦੇ ਰਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਦਿਆ ਧਾਰ ਗ੍ਰੰਥ 9 ਮਣ ਪੱਕਾ, ਉਹ ਸਰਸਾ 'ਚ ਰੁੜ ਗਿਆ। ਇਸ ਵਾਸਤੇ ਜਿੰਨੇ ਗਾਂ ਸਿੱਖੀ ਨੂੰ ਬਣਾਉਣਾ ਸੀਗਾ, ਅੱਗੇ ਪੜ੍ਹ ਕੇ ਇਤਿਹਾਸ ਜਾਂ ਕੁਛ ਵੀ, ਇਤਿਹਾਸ ਨੂੰ ਵੀ ਵਿਗਾੜਿਆ ਗਿਆ। ਭਾਈ ਬਾਲੇ ਵਾਲੀ ਜਨਮ ਸਾਖੀ, ਕੋਈ ਇਤਿਹਾਸ ਸਾਫ ਸੁਥਰਾ ਨਹੀਂ ਆ, 100 ਸਾਖੀ ਆ, ਸਾਰੇ ਚ ਰੜਾ ਪਾਇਆ ਹੋਇਆ। ਬੋਲੀ ਨੂੰ ਖੋਹ ਲਿਆ ਤੇ ਮਹਾਂਪੁਰਖਾਂ ਦੀ ਸੋਚ ਮੁਤਾਬਕ ਜਿੰਨੇ ਨੌਜਵਾਨ ਸਾਰੇ ਅੰਮ੍ਰਿਤਧਾਰੀ ਹੋ ਗਏ, ਇਹਨਾਂ ਨੂੰ ਖਤਰਾ ਪੈ ਗਿਆ। ਮੁੜ ਕੇ ਚਿੱਟਾ ਕੀ ਤੇ ਕਾਲਾ ਕੀ, ਪਰ ਉਹ ਕਰ ਕੇ ਖੋਲ ਦਿੱਤੇ। ਫੀਮ ਕੀ, ਪੋਸਟ ਕੀ, ਭੰਗ ਕੀ, ਨਸ਼ਿਆਂ ਦਾ ਪੰਜਾਬ ਦੇ ਵਿੱਚ ਹੜ ਲਿਆ ਦਿੱਤਾ। ਜਿੰਨੇ ਸਾਡੇ ਨਿਆਣੇ, ਇੱਕ ਤਾਂ ਟੀਵੀ ਦੀ ਬਿਮਾਰੀ ਨਾਲ ਮਾਰੇ ਗਏ, ਦੂਜਾ ਨਸ਼ਿਆਂ ਨਾਲ ਮਾਰੇ ਗਏ। ਹੁਣ ਕੋਈ ਤੁਹਾਨੂੰ ਜੱਟਾਂ ਦੇ ਮੁੰਡੇ ਵੀ, ਆਪਾਂ ਭਾਵੇਂ ਸਿੱਖ ਹਾਂ, ਜੇ ਕੋਈ ਸਾਨੂੰ ਕੋਈ ਹੋਰ ਆਖੇ ਬਾਹਮਣ ਜਾਂ ਭਈਆ ਜਾਂ ਹਿੰਦੂ,
ਗੁੱਸਾ ਕਰਾਂਗੇ ਕਿ ਮੁੰਡੇ ਦਾ ਜੱਟਾਂ ਦੇ ਸਿਰ ਬਣਾਏ ਹੋਏ ਨੇ, ਮਰ ਭਈਆਂ ਤੋਂ ਵੀ ਭੈੜੀ ਹੋ। ਤੋ ਇਸ ਵਾਸਤੇ ਗੁਰਦੁਆਰੇ ਦੇ ਲਾਗੋਂ ਦੀ ਲੰਘਣਾ ਪਸੰਦ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜੂਗਾ ਕੌਣ ਦੱਸੋ, ਜੇ ਸਾਡੇ ਬੱਚੇ ਇਸ ਤਰ੍ਹਾਂ ਦੇ ਰਹੇ ਤੇ ਮਹਾਰਾਜ ਦੀ ਸੇਵਾ ਕਰਨੀ ਕਿੰਨੀ ਔਖੀ ਹੋਊਗੀ। ਪੰਜਾਂ ਪਿਆਰਿਆਂ ਦੀ ਸੇਵਾ, ਹੋਰ ਬੜੀਆਂ ਸੇਵਾਵਾਂ ਨੇ। ਜੇ ਅੰਮ੍ਰਿਤਧਾਰੀ ਨਾ ਕੋਈ ਲੱਭਿਆ, ਕੇਸਾਧਾਰੀ ਨਾ ਹੋਇਆ। ਨਸ਼ਿਆਂ ਦੇ ਵਿੱਚ ਇਹਨਾਂ ਪੰਜਾਬ ਦੀ ਜਵਾਨੀ ਗੁਲਤਾਨ ਹੋ ਰਹੀ ਹੈ। ਸਤਿਗੁਰੂ ਰਹਿਮਤ ਕਰੇ, ਕੋਈ ਇੱਥੇ ਪੜ੍ਹਾਈ ਨਹੀਂ ਹੈ, ਕੋਈ ਕਾਰੋਬਾਰ ਨਹੀਂ ਹੈ। ਆ ਜਿੰਨੇ ਮਦਰਾਸ ਨੇ, ਯੂਪੀ ਦੇ ਜਾਂ ਇੱਧਰ ਬੈਂਗਲੌਰ ਦੇ, ਕਿੰਨੇ ਮੁੰਡੇ ਇੰਟੈਲੀਜੈਂਟ, ਕਿੰਨੀ ਸੋਹਣੀ ਪੜ੍ਹਾਈ ਹੈ ਉੱਥੇ। ਜਿੰਨੀਆਂ ਫੈਕਟਰੀਆਂ, ਜਿੰਨੇ ਕਾਰੋਬਾਰ, ਸਭ ਖੇਤਰ ਕਮਰਸ਼ੀਅਲ ਪੰਜਾਬ ਤੋਂ ਬਾਹਰ। ਕੋਈ ਇੱਥੇ ਇਨਵੈਸਟ ਹੀ ਨਹੀਂ ਕਰ ਰਿਹਾ। ਇਹਨਾਂ ਡਰ ਅਤੇ ਧਮਕੀ ਦਿੱਤੀ ਜਾ ਰਹੀ ਹੈ। ਇਸ ਵਾਸਤੇ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਬੱਚਾ ਸਾਡਾ ਜਾ ਕੇ ਰਾਜੀ ਨਹੀਂ। ਜੇ ਕੋਈ ਜਾਂਦਾ ਤੇ ਪੜ੍ਹਦਾ ਨਹੀਂ, ਜੇ ਕੋਈ ਪੜ੍ਹਨਾ ਚਾਹੁੰਦਾ ਹੈ ਤੇ ਪੜ੍ਹਾਉਣ ਵਾਲਾ ਨਹੀਂ ਹੈ। ਸੋ ਜਿੰਨੇ ਵੀ ਪੜ੍ਹ ਲਿਖ ਕੇ ਜੇ ਕੋਈ ਬਣ ਵੀ ਜਾਂਦਾ ਤੇ ਉਹ ਆਪਦੇ ਪੈਸੇ ਪੂਸੇ ਦੇ ਕੇ ਬਾਹਰ ਨੂੰ ਦੌੜ ਜਾਂਦਾ। ਸਤਿਗੁਰੂ ਰਹਿਮਤ ਕਰ। ਸੱਚੇ ਪਾਤਸ਼ਾਹ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਜਿਸ ਦੇਸ਼ ਦੇ ਵਿੱਚ ਅਸੀਂ ਜੰਮੇ ਆ, ਸਾਨੂੰ ਆਪਦੀ ਮਾਂ ਬੋਲੀ ਨਾਲ, ਆਪਣੇ ਕਲਚਰ ਦੇ ਨਾਲ ਪਿਆਰ ਹੋਣਾ ਚਾਹੀਦਾ। ਜਿਹੜਾ ਆਪਦੀ ਬੋਲੀ ਨੂੰ ਭੁੱਲ ਗਿਆ, ਆਪਦੇ ਕਲਚਰ ਨੂੰ ਭੁੱਲ ਗਿਆ, ਉਹ ਕਦੀ ਵੀ ਇਨਸਾਨ ਤਰੱਕੀ ਨਹੀਂ ਕਰ ਸਕਦਾ, ਕਦੀ ਕਾਮਯਾਬ ਨਹੀਂ ਹੋ ਸਕਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, हे ਪ੍ਰਭੂ, ਇਹ ਜਿਹੜੇ ਹਿੰਦੂ ਨੇ ਇਹ ਮਜ਼ਲੂਮ ਨੇ, ਇਹ ਗੁਲਾਮ ਨੇ, ਇਹਨਾਂ ਨੂੰ ਇਹਨਾਂ ਦੀ ਬੋਲੀ ਦੇ, ਬੋਲਣ ਦਾ ਟਾਈਮ ਦੇ। ਤੀਰਥ ਯਾਤਰਾ, ਸਿਮਰਤੀਆਂ, ਦਾਨ ਪੁੰਨ, ਕੁਸ਼ਕ, ਇਹਨਾਂ ਨੂੰ ਦਿਹਾੜੀ ਰੂਪ ਲਾਭ ਮਿਲੇ, ਨਫਾ ਮਿਲਣਾ ਚਾਹੀਦਾ। ਮਤਲਬ ਇਹ ਜਿਹੜੇ ਮਜ਼ਲੂਮ ਆਜ਼ਾਦ ਹੋਣੇ ਚਾਹੀਦੇ ਹਨ। ਜਿਹੜਾ ਗੁਲਾਮ ਹੈ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਕਿਸੇ ਦੂਜੇ ਦੀ ਬੋਲੀ ਬੋਲਣੀ ਤੇ ਦੂਜੇ ਦੇ ਕਲਚਰ ਨੂੰ ਅਪਣਾ ਲੈਣਾ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਨਾਨਕ ਨਾਮ ਮਿਲਾਏ ਵਡਿਆਈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਕਿ ਸਾਨੂੰ ਤਾਂ ਤੇਰੇ ਵਾਹਿਗੁਰੂ ਨਾਮ ਜਪਣ ਜਪਾਉਣ ਦੀ ਹੀ ਵਡਿਆਈ ਸ਼ੋਭਾ ਮਿਲੇ ਜੀ। ਏਕਾ ਘੜੀ ਸੰਭਾਲੀ। ਮੈਂ ਇੱਕ ਘੜੀ ਵਿੱਚ ਤੈਨੂੰ ਸੰਭਾਲਣਾ ਕਰਾਂ, ਕਿਉਂਕਿ ਧਨ ਸੋ ਵੇਲਾ, ਘੜੀ ਧਨ, ਧਨ ਮੂਰਤ ਪਲਸਾਰ, ਧਨ ਸੋ ਦਿਰਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਬਸੰਤ ਹੰਡੋਲ ਘਰ ਦੂਜਾ, ਮਹੱਲਾ ਚੌਥਾ। ਢੋਲ ਤੇ ਬਸੰਤ ਰਾਗ ਦੋਨਾਂ ਨੂੰ ਮੇਲਦੇ ਦੂਸਰੇ ਸੁਰਤਾਲ ਦੇ ਅੰਦਰ ਹੁਣ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਮਨ ਨੂੰ ਬਾਲਕ ਦੀ ਤਰ੍ਹਾਂ ਕਥਨ ਕਰਕੇ ਤੇ ਪ੍ਰਮਾਤਮਾ ਦੇ ਸਨਮੁਖ ਬੇਨਤੀ ਦਾ ਪ੍ਰਕਾਰ ਦੱਸਦੇ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਏਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾ ਵੀਰ ਮੰਤਰ ਉਚਾਰਦੇ ਨੇ, ਇੱਕ ਅਦੁੱਤੀ ਬ੍ਰਹਮ ਓੰਕਾਰ ਸ਼ਬਦ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਗੱਲ ਚੱਲ ਰਹੀ ਸੀ ਇਸਲਾਮ ਅਤੇ ਹਿੰਦੂਆਂ ਦੀ। ਕਹਿੰਦੇ ਤੁਝਾ इस्लाम की जो फिरियान हिंद माहे, हिंदुओं को मारते थे वीर शान शान के, मंदिर गिराए के मसीते बनवाए दीनी, नक में अजान की दी इन्हों के आन के, हिंदुओं के बच्चियों को कोहे कोहे मारते थे, औरतों लगाई सब सुंदर पहचान के, ऐसे शेर पासी न कुम जान, जो न तीर छूटने गोबिंद सिंह जवान के। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਦੇ ਤੀਰਾਂ ਦੀ ਵਰਖਾ ਨਾ ਕਰਦੇ, ਕਦੀ ਮੁਸਲਮਾਨਾਂ ਨੇ ਇਸ ਦੇਸ਼ ਨੂੰ ਆਜ਼ਾਦ ਨਹੀਂ ਸੀ ਕਰਨਾ। ਜੇ ਭਗਤ ਸਿੰਘ ਤੇ ਉਧਮ ਸਿੰਘ ਵਰਗੇ ਜਵਾਨ ਨਾ ਗੱਜਦੇ ਤੇ ਗੋਰਿਆਂ ਕਦੀ ਵੀ ਜੁੱਤੀ ਲਾ ਕੇ ਨਹੀਂ ਸੀ ਭੱਜਣਾ। ਇਹਨਾਂ ਇਨਕਲਾਬੀ ਯੋਧਿਆਂ ਦੇ ਡਰ ਮਾਰੇ ਹੀ ਗੋਰੇ ਸਾਡੇ ਦੇਸ਼ ਵਿੱਚੋਂ ਭੱਜੇ। ਇਹ ਦੇਸ਼ ਆਜ਼ਾਦ ਕਰਾਉਣ ਹਿੱਤ ਸਿੱਖਾਂ ਨੇ 99 ਨਹੀਂ ਤਾਂ 90% ਜਾਂ 85% ਦਾ ਮੰਨਣਾ ਪਊਗਾ, ਘੱਟ ਤੋਂ ਘੱਟ 85% ਕੁਰਬਾਨੀਆਂ ਸਿੱਖਾਂ ਦੀਆਂ ਹਨ। ਤੇ ਹੁਣ ਇਸੇ ਹੀ ਦੇਸ਼ ਵਿੱਚ ਸਾਨੂੰ ਬੜੇ ਬੁਰੇ ਅੱਖਰਾਂ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਹੈ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹਨਾਂ ਸਾਰਿਆਂ ਨੂੰ ਸਮਤ ਬਖਸ਼ਣ। ਕਾਇਆ ਨਗਰ ਇੱਕ ਬਾਲਕ ਵਸਿਆ। ਸਤਿਗੁਰੂ ਰਾਮਦਾਸ ਜੀ ਮਨ ਨੂੰ ਉਪਦੇਸ਼ ਦਿੰਦੇ ਨੇ ਕਿ ਇਹ ਦੇਹ ਰੂਪੀ ਨਗਰੀ ਵਿੱਚ ਇੱਕ ਮਨ ਰੂਪੀ ਬੱਚਾ ਵਸ ਰਿਹਾ ਹੈ। ਕਿਨ ਪਲ ਧਿਰ ਨ ਰਹਾਈ। ਜੋ ਪਲ ਦੇ ਵਿੱਚੋਂ ਇੱਕ ਚਿੰਨ ਮਾਤਰ ਵੀ ਅਸਥਿਤ ਨਹੀਂ ਰਹਿੰਦਾ। ਮਨ ਕੇ ਉਪਾਵ ਜਤਨ ਕਰ ਥਾਕੇ। ਅਨੇਕਾਂ ਲੋਕ ਸਾਧਨਾ ਦੇ ਉਪਾਵ ਦੇ ਉਪਾਵ ਕਰਕੇ ਥੱਕ ਗਏ ਨੇ। ਬਾਰੰਬਾਰ ਭਰਮਾਈ। ਤਾਂ ਵੀ ਇਹ ਮਨ ਸਾਰਿਆਂ ਨੂੰ ਵਾਰ-ਵਾਰ ਭਰਮਾ ਰਿਹਾ ਹੈ। ਮੇਰੇ ਠਾਕੁਰ ਮੇਰੇ ਮਾਲਕ ਪ੍ਰਭੂ, ਬਾਲਕ ਕਿਤ ਘਰ ਆਣ। ਇਸ ਬੱਚੇ ਦੀ ਤਰ੍ਹਾਂ ਅਣਜਾਣ ਮਨ ਨੂੰ ਆਪਣੇ ਸਰੂਪ ਦੀ ਏਕਤਾ ਰੂਪ ਘਰ ਦੇ ਵਿੱਚ ਲਿਆਉਣਾ ਕਰ, ਜਾਂ ਇੱਕ ਹਿਰਦੇ ਰੂਪ ਘਰ ਵਿੱਚ ਅਸਥਿਤ ਕਰ। ਸਤਿਗੁਰ ਮਿਲੈ ਤਾਂ ਪੂਰਾ ਪਾਈਐ। ਜੇਕਰ ਸਤਿਗੁਰੂ ਮਿਲ ਪਾਵੇ ਤਾਂ ਪੂਰਨ ਗਿਆਨ ਪਾਈਦਾ ਹੈ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਵੇਦ ਵਿਆਸ ਕੋਏ। ਭਜ ਰਾਮ ਨਾਮ ਨਿਸ਼ਾਨਾ। ਇਸ ਲਈ ਗੁਰਾਂ ਨਾਲ ਮਿਲ ਕੇ ਰਾਮ ਨਾਮ ਨੂੰ ਪ੍ਰਗਟ ਹੀ ਸਿਮਰਨ ਕਰੋ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਿਰਤ ਕਮੜਾ ਸਰੀਰ ਹੈ ਸਭ ਜਗ। ਇਹ ਸਾਰੇ ਸੰਸਾਰ ਵਿੱਚ ਉਹ ਸਰੀਰ ਮੁਰਦਿਆਂ ਦਾ ਮੱਠ ਹੈ, ਮੜੀ ਹੈ। ਚਿਤ ਰਾਮ ਨਾਮ ਨਹੀਂ ਵਸਿਆ। ਜਿਸ ਵਿੱਚ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਪਰਮਾਤਮਾ ਦਾ ਨਹੀਂ ਵਸਿਆ, ਉਹ ਮੁਰਦਿਆਂ ਦੀ ਮੜੀ ਹੈ। ਰਾਮ ਨਾਮ ਗੁਰ ਉਦਕ ਚੁਆਇਆ। ਜਿਸ ਮਨੁੱਖ ਦੇ ਸਰੀਰ ਅੰਦਰ ਗੁਰਾਂ ਨੇ ਪਰਮਾਤਮਾ ਦਾ ਨਾਮ ਰੂਪ ਅੰਮ੍ਰਿਤ ਜਲ ਚੋ ਦਿੱਤਾ, ਭਾਵੇਂ ਹਿਰਦੇ 'ਚ ਨਾਮ ਵਸਾ ਦਿੱਤਾ ਹੈ। ਫਿਰ ਹਰਿਆ ਹੋਆ ਰਸਿਆ। ਉਹ ਨਾਮ ਦੇ ਵਿੱਚ ਰਸ ਸਹਿਤ ਹੋਇਆ, ਮੁੜ ਕੇ ਹਰਾ ਭਰਾ ਭਾਵ ਆਤਮਿਕ ਜੀਵਨ ਵਿੱਚ ਜਿਉਂਦਾ ਹੋ ਜਾਂਦਾ ਹੈ। ਮੈਂ ਨਿਰਖਤ ਸਰੀਰ ਸਭ ਖੋਜਿਆ। ਮੈਂ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਵੇਖ ਕੇ ਸੂਖਮ ਸਥੂਲ ਸਾਰੇ ਤਨ ਨੂੰ ਢੂੰਡਣਾ ਕੀਤਾ ਹੈ। ਇੱਕ ਗੁਰਮੁਖ ਚਲਤ ਦਿਖਾਇਆ। ਹਰ ਇੱਕ ਮੁਖੀ ਗੁਰਾਂ ਨੇ ਸੰਸਾਰ ਦਾ ਕੌਤਕ ਵਿਖਾਉਣਾ ਕੀਤਾ, ਭਾਵ ਕਿ ਪ੍ਰਭੂ ਸਭ ਥਾਈਂ ਪ੍ਰਗਟ ਰੂਪ ਹੈ। ਬਾਹਰ ਖੋਜ ਮੋਏ ਸਭ ਸਾਕਤ। ਸਾਰੇ ਕਠੋਰ ਚਿੱਤ ਵਾਲੇ ਪਤਿਤ ਪੁਰਖ ਸਰੀਰ ਤੋਂ ਬਾਹਰ ਸੰਸਾਰ ਨੂੰ ਹੀ ਲੱਭ ਕੇ ਮਰ ਗਏ ਨੇ। ਹਰ ਗੁਰਮਤੀ ਘਰ ਪਾਇਆ। ਹਰ ਗੁਰਾਂ ਦੀ ਸਿੱਖਿਆ ਦੁਆਰਾ ਮੈਂ ਹਿਰਦੇ ਰੂਪ ਘਰ ਦੇ ਵਿੱਚ ਹਰੀ ਪਰਮਾਤਮਾ ਨੂੰ ਪਾਇਆ ਹੈ। ਦੀਨਾ ਦੀਨ ਦਿਆਲ ਭਏ ਹੈ। ਜੋ ਗਰੀਬਾਂ ਤੋਂ ਵੀ ਗਰੀਬ ਨੇ ਪ੍ਰਭੂ ਜੀ ਉਹਨਾਂ ਉੱਪਰ ਸਦਾ ਮਿਹਰਬਾਨ ਹੋਏ ਨੇ, ਜਾਂ ਗਰੀਬਾਂ ਉੱਪਰ ਉਦਾਰ ਨਿਡਰ ਪ੍ਰਭੂ ਜੀ ਦਿਆਲੂ ਹੋਏ ਹਨ। ਅੱਗੇ ਉਦਾਹਰਣ ਦਿੰਦੇ ਨੇ, ਜਿਉ ਕ੍ਰਿਸ਼ਨ ਬਿਦਰ ਘਰ ਆਇਆ। ਜਿਹੜੇ ਸ਼ਰਾਬਾਂ ਪੀ ਕੇ, ਫੀਮ ਖਾ ਕੇ, ਭੰਗ ਪੋਸਤ ਡੋਡੇ ਪੀ ਕੇ ਚਿੱਟੇ ਆਦਿਕ ਨਸ਼ੇ ਦੇ ਵਿੱਚ ਆਦੀ ਹੋ ਕੇ ਗਰੀਬ ਹੋਏ, ਉਹਨਾਂ ਦਾ ਨਾਮ ਨਹੀਂ ਹੈ। ਗਰੀਬ ਹੈ ਨਿਮਰਤਾ ਵਾਲੇ। ਜਿਵੇਂ ਕ੍ਰਿਸ਼ਨ ਭਗਵਾਨ ਦਾਸ ਦੇ ਪੁੱਤਰ ਬਿਦਰ ਭਗਤ ਦੇ ਘਰ ਆਇਆ ਸੀਗਾ, ਜਾਂ ਦਵੈਤ ਨੂੰ ਦਲ ਵਾਲੇ ਭਗਤ, ਉਹਨਾਂ ਦੇ ਹਿਰਦੇ ਰੂਪ ਘਰ 'ਚ ਮੜਪਣ ਕਮਜ਼ੋਰੀ ਤੋਂ ਰਹਿਤ ਪਰਮਾਤਮਾ ਆ ਕੇ ਸਾਖਿਆਤ ਹੋਇਆ ਹੈ। ਮਿਲਿਓ ਸੁਦਾਮਾ ਪਾਵਨੀ ਧਾਰ। ਜਦੋਂ ਸੁਦਾਮਾ ਭਗਤ ਭਾਵਨਾ ਸ਼ਰਧਾ ਧਾਰ ਕੇ ਕ੍ਰਿਸ਼ਨ ਜੀ ਨੂੰ ਆ ਕੇ ਮਿਲਿਆ, ਸਭ ਕਿਛ ਆਗੈ ਦੌਲਤ ਭੰਜ ਸਮਾਇਆ। ਤਾਂ ਸੁਦਾਮੇ ਦੇ ਘਰ ਜਾਣ ਤੋਂ ਅੱਗੋਂ ਪਹਿਲਾਂ ਹੀ ਭਗਵਾਨ ਨੇ ਸਭ ਕੁਝ ਪਦਾਰਥ ਉਸ ਦੇ ਘਰ ਭੇਜ ਦਿੱਤੇ ਤੇ ਉਸ ਦਾ ਦਲਿੱਦਰ ਗਰੀਬੀ ਨਾਸ਼ ਕਰਕੇ ਆਪਣੇ ਸਰੂਪ ਦੇ ਵਿੱਚ
ਉਸ ਨੂੰ ਅਭੇਦ ਕੀਤਾ। ਭਾਵ ਧਰਮ ਅਰਥ ਕਾਮ ਮੋਖ ਚਾਰੇ ਹੀ ਪਦਾਰਥ ਦੇ ਦਿੱਤੇ। ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾਂ ਕੀ ਸੇਵਾ ਲੱਗ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ। ਇਉਂ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਸ਼ੂਰੈ। ਜੇ ਕੋ ਜਨਮ ਮਰਨ ਦੀ ਡਰੈ ਸਾਧ ਜਨਾਂ ਕੀ ਸਰਨੀ ਪਰੈ। ਸੰਗਤ ਜੋ ਸਭ ਕੁਛ ਮਿਲਦਾ ਹੈ। ਜਿਸ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਦਾ ਕਹਿ ਬਲ ਬਲ ਜਸ। ਰਾਮ ਨਾਮ ਕੀ ਪੈਜ ਵਡੇਰੀ। ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਲੋਕ ਪਰਲੋਕ ਦੇ ਵਿੱਚ ਬਹੁਤ ਵੱਡੀ ਪ੍ਰਤਿਸ਼ਠਾ ਇੱਜ਼ਤ ਹੁੰਦੀ ਹੈ। ਮੇਰਾ ਟਾਕਰਿਆ ਬਰਖਾਈ। ਮੇਰੇ ਮਾਲਕ ਪ੍ਰਭੂ ਨੇ ਆਪ ਹੀ ਇੱਜ਼ਤ ਰਖਾਉਣਾ ਕੀਤੀ ਹੈ। ਜੇ ਸਭ ਸਾਗਤ ਕਰੈ ਬਖੀਲੀ। ਇਹ ਸਾਰੇ ਕਠੋਰ ਚਿੱਤ ਵਾਲੇ ਪਤਿਤ ਪੁਰਖ ਉਹਨਾਂ ਨਾਮ ਜਪਣੇ ਵਾਲਿਆਂ ਦੇ ਨਾਲ ਈਰਖਾ ਕਰਨ ਲੱਗ ਪੈਣ। ਕਰਤੀ ਤਲ ਨ ਘਟਾਈ। ਤਾਂ ਵੀ ਉਹਨਾਂ ਦੀ ਕਰਤੀ ਵਿੱਚੋਂ ਤਿਲ ਮਾਤਰ ਵੀ ਉਪਮਾ ਘਟਾਈ ਹੋਈ ਘਟ ਨਹੀਂ ਸਕਦੀ। ਜਨ ਕੀ ਉਸਤਤ ਹੈ ਰਾਮ ਨਾਮਾ। ਪਰਮਾਤਮਾ ਦਾ ਨਾਮ ਜਪਣ ਕਰਕੇ ਸੇਵਕਾਂ ਦੀ ਵਡਿਆਈ ਹੁੰਦੀ ਹੈ। ਦਿਸ ਸੋਭਾ ਪਾਈ। ਪਰ ਨਾਮ ਜਪ ਕੇ ਉਹਨਾਂ ਨੇ ਦਸੇ ਦਿਸ਼ਾਵਾਂ ਭਾਵ ਸਾਰੇ ਬ੍ਰਹਮੰਡ ਵਿੱਚ ਵਡਿਆਈ ਪਾਈ ਹੈ। ਨਿੰਦਕ ਸਾਗਤ ਖਾ ਨ ਸਕੈ ਤਿਲ। ਨਿੰਦਿਆ ਕਰਨ ਵਾਲੇ ਤੇ ਕਠੋਰ ਚਿੱਤ ਵਾਲੇ ਪੁਰਖ ਉਹਨਾਂ ਦੀ ਵਡਿਆਈ ਤਿਲ ਮਾਤਰ ਵੀ ਸਹਾਰ ਨਹੀਂ ਸਕਦੇ। ਸਾਡੇ ਮਨੁੱਖਾਂ ਦੀ ਇਹ ਸਮਝ ਲਓ ਬੁਰੀ ਆਦਤ ਜਾਂ ਇੱਕ ਬੁਰਾ ਸੁਭਾਅ ਹੈ ਕਿ ਆਪਾਂ ਕਿਸੇ ਦੀ ਵਡਿਆਈ ਨਹੀਂ ਸੁਣ ਸਕਦੇ। ਆਪਾਂ ਕਹਾਂਗੇ ਆਪਾਂ ਕਿਸੇ ਤੋਂ ਮਾੜੇ ਆ, ਮਤਲਬ ਸਾਨੂੰ ਕਿਉਂ ਨਹੀਂ ਤੂੰ ਵਡਿਆਉਂਦਾ ਭਾਈ। ਸੋ ਕਿਸੇ ਦੀ ਨਿੰਦਿਆ ਸਾਡੇ ਕੋਲ ਕੋਈ ਕਰੇ, ਸਾਡੀ ਉਸਤਤੀ ਕਰੇ, ਅਸੀਂ ਖੁਸ਼ ਹੁੰਦੇ ਹਾਂ। ਇਹ ਸਾਡਾ ਸੁਭਾਅ ਹੈ। ਆਪਣੇ ਕਰ ਲੋਕੀ ਲਾਈ। ਸੋ ਵਡਿਆਈ ਸਾਰ ਨਹੀਂ ਸਕਦਾ। ਉਹਨੇ ਆਪਣੇ ਹਿਰਦੇ ਰੂਪ ਘਰ ਵਿੱਚ ਈਰਖਾ ਰੂਪ ਚੁਆਤੀ ਲਾਈ ਹੋਈ ਹੈ। ਜਨ ਕੋ ਜਨ ਮਿਲ ਸੋਭਾ ਪਾਵੈ। ਪ੍ਰਭੂ ਦੇ ਭਗਤਾਂ ਦੇ ਨਾਲ ਭਗਤ ਮਿਲ ਕੇ ਵਡਿਆਈ ਪਾਉਂਦੇ ਨੇ। ਗੁਣ ਮੈਂ ਗੁਣ ਪਰਗਾਸਾਂ। ਪਰ ਉਸਦੇ ਗੁਣਾਂ ਵਿੱਚ ਹੋਰ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ। ਸ਼ਰਧਾ ਦੇ ਗੁਣਾਂ ਵਿੱਚ ਬ੍ਰਹਮ ਗਿਆਨ ਰੂਪ ਗੁਣ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਲਈ ਗੁਰਦੁਆਰੇ ਆਉਣਾ ਜ਼ਰੂਰੀ ਹੈ। ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ। ਮਿਲ ਕੇ ਜਦ ਗੁਰੂ ਦੇ ਗੁਣ ਗਾਵਾਂਗੇ ਤਾਂ ਗੁਣਾਂ 'ਚ ਵਾਧਾ ਹੋਵੇਗਾ। ਮੇਰੇ ਠਾਕਰ ਕੇ ਜਨ ਪ੍ਰੀਤਮ ਪਿਆਰੇ। ਉਹੀ ਭਗਤ ਜਨ ਮੇਰੇ ਮਾਲਕ ਦੇ ਮਨ ਕਰਕੇ ਪ੍ਰੀਤਮ ਤੇ ਬਾਣੀ ਕਰਕੇ ਪਿਆਰੇ ਨੇ। ਜੋ ਹੋਵੈ ਦਾਸਨ ਦਾਸਾ। ਜਿਹੜੇ ਦਾਸਾਂ ਸੇਵਕਾਂ ਦੇ ਸੇਵਕ ਹੋ ਜਾਂਦੇ ਨੇ। ਆਪੇ ਜਲ ਅਪਰੰਪਰ ਕਰਤਾ। ਆਪ ਹੀ ਕਰਤਾ ਪੁਰਖ ਨਿਯਮ ਰੂਪੀ ਜਲ ਹੈ ਤੇ ਆਪ ਹੀ ਪ੍ਰਕਿਰਤੀ ਦੇ ਪਾਰਵਾਰ ਤੋਂ ਰਹਿਤ ਹੈ। ਆਪੇ ਮੇਲ ਮਿਲਾਵੈ। ਅਤੇ ਆਪ ਹੀ ਗੁਰਾਂ ਨਾਲ ਮੇਲ ਕੇ ਆਪਣੇ ਸਰੂਪ ਨਾਲ ਮਿਲਾਉਣਾ ਕਰਦਾ ਹੈ। ਨਾਨਕ ਗੁਰਮੁਖ ਸਹਿਜ ਮਲਾਏ। ਸਤਿਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਪ੍ਰਭੂ ਨੇ ਗੁਰਮੁਖ ਸੁਭਾਵ ਕੇ ਆਪਣੇ ਸਰੂਪ ਦੇ ਵਿੱਚ ਮਿਲਾਏ ਹਨ। ਜਿਉ ਜਲ ਜਲ ਸਮਾਵੈ। ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਤਿਵੇਂ ਪ੍ਰੇਮੀ ਜਨ ਆਪਣੇ ਸਰੂਪ ਦੇ ਵਿੱਚ ਸਮਾ ਜਾਂਦੇ ਹਨ। ਇੱਥੇ ਸਮਾਪਤੀ ਹੈ ਜੀ। ਉਹਦੇ ਚੋਂ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਆਪੇ ਜਲ ਅਪਰੰਪਰ ਕਰਤਾ। ਆਪੇ